मंगलवार है। हर मंगलवार ਗਿਆਨੀ ਅਮਰਤਪਾਲ ਸਿੰਘ ਜੀ ਲੁਧਿਆਣੇ ਵਾਲੇ ਉਹ ਸਾਨੂੰ ਭੱਟ ਸਾਹਿਬਾਨ ਦੇ ਸਵਈਆਂ ਬਾਰੇ ਬੜੀ ਭਰਪੂਰ ਜਾਣਕਾਰੀ ਨਾ ਕਿ ਸਿਰਫ ਅਰਥ ਹੀ ਬਲਕਿ ਉਹਦੇ ਨਾਲ ਸੰਬੰਧਿਤ ਹੋਰ ਬਹੁਤ ਸਾਰੇ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਦੱਸਦੇ ਨੇ ਔਰ ਕਾਫੀ ਮਤਲਬ ਵੀ ਇਸ ਬਾਰੇ ਉਤਸ਼ਾਹ ਔਰ ਸਾਨੂੰ ਬਹੁਤ ਕੁਝ ਨਵਾਂ ਦੇਖਣ ਨੂੰ ਮਿਲਿਆ। ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਇਹ ਲੜੀ ਚੱਲਦੀ ਰਹੇ। ਤੋ ਅੱਜ ਵੀ ਗਿਆਨੀ ਜੀ ਸਾਡੇ ਵਿੱਚ ਹਾਜ਼ਰ ਨੇ। ਤੋ ਉਹਨਾਂ ਨੇ ਅਗਲਾ ਜਿਹੜਾ ਸਵਈਆ ਹੈ ਹਮ ਔਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਬਿਖ ਖਾਈ, ਇਸ ਤੋਂ ਸ਼ੁਰੂ ਕਰਨਗੇ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਗਿਆਨੀ ਅਮਰਤਪਾਲ ਸਿੰਘ ਜੀ ਵੀ ਕਿਰਪਾ ਕਰਕੇ ਇਹ ਸੈਸ਼ਨ ਦੀ ਪ੍ਰਾਰੰਭਤਾ ਕਰਨ। ਗਿਆਨੀ ਅਮਰਤਪਾਲ ਸਿੰਘ। ਸਤਿਕਾਰਯੋਗ ਗੁਰਮੁਖ ਪਿਆਰੇ ਸਰਦਾਰ ਰਾਜਾ ਸਿੰਘ ਜੀ ਅਤੇ ਆਪ ਜੀ ਦੀ ਸਮੁੱਚੀ ਵਿਦਵਾਨਾਂ ਦੀ ਟੀਮ, ਸਿੱਖ ਮਿਸ਼ਨਰੀ ਕਾਲਜ ਸਰਕਲ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਆਰੰਭਤਾ ਵਿੱਚ ਸਭ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਸਿਫਤ ਸਲਾਹ ਦੇ ਸਵਈਆਂ ਦੀ ਅਸੀਂ ਵਿਚਾਰ ਆਰੰਭ ਕੀਤੀ ਹੋਈ ਹੈ, ਜੋ ਕਿ ਅੱਜ ਸੰਪੂਰਨਤਾ ਵੱਲ ਵੱਧ ਰਹੀ ਹੈ। ਇਹ ਕੁੱਲ ਸਵਈ ਜਿਹੜੇ ਨੇ 60 ਸਵਈਏ ਨੇ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਦੇ ਉਚਾਰਨ ਕੀਤੇ ਹੋਏ, ਜਿਹਦੇ ਵਿੱਚੋਂ ਭੱਟ ਕੀਰਤ ਜੀ ਦੇ 4 ਸਵਈਆਂ ਵਿੱਚੋਂ 3 ਸਵਈਆਂ ਦੀ ਵਿਚਾਰ ਅਸੀਂ ਪਿਛਲੇ ਹਫ਼ਤੇ ਕਰ ਚੁੱਕੇ ਹਾਂ ਤੇ ਚੌਥੇ ਸਵਈਏ ਦੀ ਵਿਚਾਰ ਹੁਣ ਆਰੰਭ ਹੋਏਗੀ। ਇਹਦੇ ਤੋਂ ਬਾਅਦ 2 ਸਵਈਏ ਭੱਟ ਸੇਖੇ ਦੇ ਪੁੱਤਰ ਭੱਟ ਸਲ ਜੀ ਦੇ ਉਚਾਰਨ ਕੀਤੇ ਹੋਏ ਨੇ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਦੇ। ਅਸੀਂ ਉਹਨਾਂ ਸਵਈਆਂ ਦੀ ਵੀ ਅੱਜ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮੈਂ ਭੱਟ ਕੀਰਤ ਜੀ ਦੇ ਚੌਥੇ ਸਵਈਏ ਦਾ ਪਾਠ ਕਰ ਲਵਾਂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। हम अवगुण भरे एक गुण नाही अमृत छाड़ बिखै बिख खाई माया मोह भरम पै भूले सुत दारा स्यों प्रीत लगाई। एक उत्तम पंथ सुनियो गुर संगत तेह मिलंत जम त्रास मिटाई। एक अरदास पाठ कीर्त की गुरु रामदास राखो शरणाई। एक उत्तम पंथ सुनियो गुरु संगत ते मिलंत जम त्रास मिटाई। एक अरदास पाठ कीर्त की गुरु रामदास राखो शरणाई। वाहिगुरू जी का खालसा वाहिगुरू जी की फतेह। ਭੱਟ ਕੀਰਤ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਿਫਤ ਦੇ ਸਵਈਏ, ਜਿਹਦੇ ਵਿੱਚ ਭੱਟ ਜੀ ਨੇ ਆਪਣੇ ਚੌਥੇ ਤੇ ਆਖਰੀ ਸਵਈਏ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਆਉਣ ਦਾ ਕਾਰਨ ਦੱਸਿਆ ਅਤੇ ਇਸ ਘਰ ਦੀ ਵਡਿਆਈ ਵੀ ਕੀਤੀ। ਆਰੰਭਤਾ ਹੈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਹਮ ਅਵਗੁਣ ਭਰੇ, ਹਮ ਮੈਨੇ ਅਸੀਂ, ਅਵਗੁਣ ਇੱਥੇ ਅਵਗੁਣ ਤੇ ਣਾਣੇ ਨੂੰ ਲੱਗੀ ਹੋਈ ਹੈ ਸਿਆਰੀ ਤੇ ਕਰ ਕੀ ਅਰਥ ਆਏਗਾ ਔਗੁਣਾ ਨਾਲ ਭਰੇ। ਅਸੀਂ ਔਗੁਣਾ ਨਾਲ ਭਰੇ ਹੋਏ ਆ। ਬਹੁਤ ਔਗੁਣ ਹਨ ਸਾਡੇ ਵਿੱਚ ਤੇ ਸਵਾਲ ਪੈਦਾ ਹੋਇਆ ਵੀ ਕੋਈ ਗੁਣ ਵੀ ਹੋਏਗਾ।
ਤੇ ਭੱਟ ਜੀ ਆਖਦੇ ਨੇ ਏਕ ਗੁਣ ਨਾਹੀ, ਇੱਕ ਵੀ ਗੁਣ ਨਹੀਂ ਹੈ। ਇੱਥੇ ਗੁਣ ਦੇ ਨਾਣੇ ਨੂੰ ਔਂਕੜ ਹੈ, ਭਾਵ ਇੱਕ ਵਚਨ ਪੁਲਿੰਗ ਸ਼ਬਦ ਹੈ ਗੁਣ, ਤੇ ਉਹਦਾ ਵਿਸ਼ੇਸ਼ਣ ਏਕ ਦੇ ਕੱਕੇ ਨੂੰ ਵੀ ਔਂਕੜ ਲੱਗ ਗਈ। ਅਸੀਂ ਔਗਣਾਂ ਨਾਲ ਭਰੇ ਹਾਂ, ਇੱਕ ਗੁਣ ਵੀ ਨਹੀਂ ਹੈ। ਅੰਮ੍ਰਿਤ ਛਾੜ, ਅੰਮ੍ਰਿਤ ਦੇ ਤੱਤੇ ਨੂੰ ਲੱਗੀ ਹੈ ਸਿਹਾਰੀ ਔਂਕੜ। ਅੰਮ੍ਰਿਤ ਦੇ ਤੱਤੇ ਨੂੰ ਲੱਗੀ ਔਂਕੜ ਦਾ ਭਾਵ ਇੱਕ ਵਚਨ ਪੁਲਿੰਗ, ਇਹਦੇ ਅਰਥ ਹੋਣਗੇ ਆਤਮਿਕ ਜੀਵਨ ਦੇਣ ਵਾਲਾ ਜਲ, ਭਾਵ ਉਹ ਜਲ ਜਿਹੜਾ ਆਤਮਿਕ ਜ਼ਿੰਦਗੀ ਦੇਣ ਵਾਲਾ ਸੀ। ਅਮ ਮੈਨੇ ਜਲ, ਮ੍ਰਿਤ ਮੈਨੇ ਮੁਰਦਾ, ਮੁਰਦੇ ਨੂੰ ਜਵਾਉਣ ਵਾਲਾ ਜਲ। ਅੰਮ੍ਰਿਤ ਛਾੜ, ਛਾੜ ਕਿਰਿਆ ਦੇ ਆਖਰੀ ਅੱਖਰ ਨੂੰ ਸਿਹਾਰੀ ਲੱਗ ਗਈ, ਤੇ ਇਹ ਪੂਰਬ ਪੂਰਨ ਕਾਰਦੰਤਕ ਕਿਰਿਆ। ਪੂਰਬ ਪੂਰਨ ਕਾਰਦੰਤਕ ਦਾ ਅਰਥ ਹੁੰਦਾ ਹੈ ਜਿੱਥੇ ਇੱਕ ਤੁਕ ਦੇ ਵਿੱਚ ਦੋ ਕਿਰਿਆਵਾਂ ਇਕੱਠੀਆਂ ਆ ਜਾਣ, ਤੇ ਉਹਨਾਂ ਦੋ ਕਿਰਿਆਵਾਂ ਦੇ ਵਿੱਚੋਂ ਜਿਹੜਾ ਪਹਿਲਾ ਕੰਮ ਕਰਨਾ ਹੁੰਦਾ ਹੈ, ਉਸ ਕਿਰਿਆ ਨੂੰ ਕਹਿੰਦੇ ਨੇ ਪੂਰਬ ਪੂਰਨ ਕਾਰਦੰਤਕ। ਉਹਦਾ ਨਾਮ ਹੈ ਇਹ। ਉਦਾਹਰਨ ਦੇ ਤੌਰ ਤੇ ਮੈਂ ਥੋੜਾ ਜਿਹਾ ਸਮਝਾ ਦਿੰਦਾ ਵਾਂ। ਪੂਰਬ ਦਾ ਮਤਲਬ ਹੁੰਦਾ ਹੈ ਪਹਿਲਾ। पूर्व, मेरे आने से पूर्व वे जा चुके थे। पूर्व मैंने पहला, मेरे आने तो पहला वो जा चुके सी। पूर्ण, पूर्ण मैंने कंप्लीट, मुकम्मल, पूरा। ਜਿਹੜਾ ਕੰਮ ਪਹਿਲਾਂ ਪੂਰਾ ਕਰਨਾ ਹੈ, ਪੂਰਵ ਪੂਰਨ, ਉਹਦੀ ਕਿਰਿਆ ਨੂੰ ਕਹਿੰਦੇ ਨੇ ਕਾਰਦੰਤਕ, ਪੂਰਵ ਪੂਰਨ ਕਾਰਦੰਤਕ। ਇਹਦਾ ਨਾਮ ਹੈ ਇਹ, ਪੂਰਵ ਪੂਰਨ ਕਾਰਦੰਤਕ। ਉਦਾਹਰਨ ਦੇ ਤੌਰ ਤੇ ਮੈਂ ਗੁਰਦੁਆਰੇ ਜਾ ਕੇ ਪਾਠ ਸੁਣਾਂਗਾ। ਹੁਣ ਇੱਥੇ ਦੋ ਕੰਮ ਨੇ, ਮੈਂ ਗੁਰਦੁਆਰੇ ਵੀ ਜਾਵਾਂਗਾ, ਪਾਠ ਵੀ ਸੁਣਾਂਗਾ। ਜਾਣਾ ਤੇ ਸੁਣਨਾ ਦੋ ਕਿਰਿਆਵਾਂ ਨੇ, ਪਰ ਪਹਿਲਾਂ ਮੈਂ ਕੀ ਕਰਾਂਗਾ? ਪਹਿਲਾਂ ਪਾਠ ਸੁਣਾਂਗਾ, ਫਿਰ ਗੁਰਦੁਆਰੇ ਜਾਵਾਂਗਾ, ਜਾਂ ਪਹਿਲਾਂ ਗੁਰਦੁਆਰੇ ਜਾਵਾਂਗਾ ਫਿਰ ਪਾਠ ਸੁਣਾਂਗਾ? ਪਹਿਲਾਂ ਗੁਰਦੁਆਰੇ ਜਾਵਾਂਗਾ। ਮੈਂ ਗੁਰਦੁਆਰੇ ਜਾ ਕੇ, ਜਿਹੜੀ ਪਹਿਲੀ ਕਿਰਿਆ ਜਾ ਕੇ, ਇਹ ਹੈ ਪੂਰਵ ਪੂਰਨ ਕਾਰਦੰਤਕ। ਪਾਠ ਸੁਣਾਂਗਾ, ਸੁਣਨਾ ਦੂਸਰੀ ਕਿਰਿਆ ਆ ਗਈ। ਇਸ ਕਰਕੇ ਪਹਿਲਾ ਕੰਮ ਗੁਰਦੁਆਰੇ ਜਾ ਕੇ, ਉਹ ਪੂਰਵ ਪੂਰਨ ਕਾਰਦੰਤਕ ਹੈ। ਮੈਂ ਸੈਰ ਕਰਕੇ ਪਾਣੀ ਪੀਵਾਂਗਾ। ਦੋ ਚੀਜ਼ਾਂ ਨੇ, ਸੈਰ ਕਰਨੀ ਤੇ ਪਾਣੀ ਪੀਣਾ। ਪਹਿਲਾ ਕੰਮ ਹੈ ਸੈਰ ਕਰਨਾ, ਸੈਰ ਕਰਕੇ। ਇਹਦੇ ਵਿੱਚ ਜਿਹੜਾ ਕੇ ਹੈ ਨਾ, ਜਾ ਕੇ, ਖਾ ਕੇ, ਸੁਣ ਕੇ, ਦੇਖ ਕੇ, ਇਹ ਕੇ ਲਫ਼ਜ਼ ਜਿਹੜਾ ਇਹ ਪੂਰਵ ਪੂਰਨ ਕਾਰਦੰਤਕ ਕਿਰਿਆ ਦੀ ਨਿਸ਼ਾਨੀ ਹੈ। ਤੇ ਗੁਰਬਾਣੀ ਵਿੱਚ ਜਦੋਂ ਵੀ ਕਿਰਿਆ ਦੇ ਨਾਲ ਇਸ ਤਰ੍ਹਾਂ ਸ਼ਬਦ ਆਉਂਦਾ ਹੈ, ਤੇ ਉਦੋਂ ਉਸ ਕਿਰਿਆ ਦੇ ਆਖਰੀ ਅੱਖਰ ਨੂੰ ਸਿਹਾਰੀ ਲੱਗ ਜਾਂਦੀ ਹੈ। ਮੈਂ ਇੱਥੇ ਆਪ ਜੀ ਨੂੰ ਸ਼ੋ ਕਰ ਦਿੰਦਾ। ਜਿਵੇਂ ਸੁਣ ਵੱਡਾ ਆਖੈ ਸਭ ਕੋਏ, ਇੱਥੇ ਸੁਣ, ਸੁਣਨਾ ਕਿਰਿਆ ਹੈ। ਸੁਣ ਕੇ ਹਰ ਕੋਈ ਵੱਡਾ ਕਹਿ ਦਿੰਦਾ ਹੈ। ਆਖਣਾ ਵੀ ਕਿਰਿਆ ਹੈ। ਹੁਣ ਪਹਿਲਾਂ ਸੁਣਨਾ ਹੈ, ਬਾਅਦ ਵਿੱਚ ਆਖਣਾ ਹੈ। ਦੋ ਕੰਮ ਨੇ ਇੱਥੇ, ਸੁਣਨਾ ਤੇ ਆਖਣਾ। ਪਹਿਲਾ ਕੰਮ ਹੈ ਸੁਣਨਾ, ਦੂਜਾ ਕੰਮ ਹੈ ਆਖਣਾ। ਸੁਣ ਕੇ ਨਾਣੇ ਨੂੰ ਲੱਗੀ ਸਿਹਾਰੀ, ਇਹ ਹੈ ਪੂਰਵ ਪੂਰਨ ਕਾਰਦੰਤਕ। ਸੁਣ ਕੇ ਹਰ ਕੋਈ ਰੱਬ ਨੂੰ ਵੱਡਾ ਕਹਿ ਦਿੰਦਾ ਹੈ। ਸੁਣ ਵੱਡਾ ਆਖੇ ਸਭ ਕੋਏ, ਇਹਦਾ ਮਤਲਬ ਇੱਕ ਤੁਕ ਵਿੱਚ ਜਦੋਂ ਦੋ ਕਿਰਿਆਵਾਂ, ਦੋ ਵਰਬਸ ਇਕੱਠੀਆਂ ਆ ਗਈਆਂ, ਤੇ ਪਹਿਲੀ ਕਿਰਿਆ ਜਿਹੜਾ ਪਹਿਲਾ ਕੰਮ ਕਰਨਾ ਹੈ, ਉਸ ਕਿਰਿਆ ਦੇ ਆਖਰੀ ਅੱਖਰ ਨੂੰ ਸਿਹਾਰੀ ਲੱਗ ਜਾਂਦੀ ਹੈ। ਜਿਵੇਂ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਸੁਣਨਾ ਤੇ ਪੇਖਣ ਮੈਨੇ ਦੇਖਣਾ ਦੋ ਕਿਰਿਆਵਾਂ ਨੇ। हे ਪ੍ਰਭੂ, ਤੁਹਾਡਾ ਨਾਮ ਸੁਣ ਸੁਣ ਕੇ ਦੇਖਣ ਦਾ ਚਾਓ ਪੈਦਾ ਹੋ ਗਿਆ। ਇਹਦਾ ਮਤਲਬ ਸੁਣ ਸੁਣ ਪਹਿਲਾ ਕਰਮ ਹੈ ਤੇ ਨਾਣੇ ਨੂੰ ਸਿਹਾਰੀ ਲੱਗ ਗਈ। ਫਿਰ ਘਿਰ ਆਪਣੇ ਗ੍ਰਹਿ में आया, ਫਿਰ ਘਿਰ ਮੁੜ ਘਿੜ ਕੇ, ਆਇਆ ਵੀ ਕਿਰਿਆ ਹੈ, ਪਰ ਪਹਿਲਾ ਕੰਮ ਹੈ ਮੁੜ ਘਿੜ ਕੇ, ਇਸ ਕਰਕੇ ਫਿਰ ਤੇ ਘਿਰ ਦੇ ਆਖਰੀ ਅੱਖਰ ਨੂੰ ਸਿਹਾਰੀ ਲੱਗ ਗਈ, ਮੁੜ ਘਿੜ। ਫਿਰ ਘਿਰ ਆਪਣੇ ਗ੍ਰਹਿ में आया। ਇਦਾਂ ਹੀ ਧਰ ਤਰਾਜੂ ਤੋਲੀ ਹੈ, ਨਿਮੈ ਸਗੋਰਾ ਹੋਏ। ਨਿਮਣਾ ਵੀ ਕਿਰਿਆ ਹੈ, ਧਰਨਾ ਵੀ ਕਿਰਿਆ ਹੈ, ਪਰ ਪਹਿਲੀ ਕਿਰਿਆ ਤਰਾਜੂ ਪਹਿਲਾਂ ਧਰਾਂਗੇ, ਫਿਰ ਤੋਲਾਂਗੇ। ਤੋਲਣਾ ਬਾਅਦ ਦੀ ਕਿਰਿਆ। ਧਰ ਕੇ ਤਰਾਜੂ ਤੋਲੀ ਹੈ, ਧਰ ਤਰਾਜੂ ਤੋਲੀ ਹੈ, ਧਰ ਦੇ ਰਾਰੇ ਨੂੰ ਸਿਹਾਰੀ ਆ ਗਈ। ਡਰ ਡਰ ਪਚੇ ਮਨਮੁਖ ਵਿਚਾਰੇ, ਪਚੇ ਦੂਜੀ ਕਿਰਿਆ, ਪਹਿਲਾਂ ਡਰੇ ਉਹ, ਡਰ ਡਰ ਕੇ ਪਚੇ ਮਨੇ ਖੁਆਰ ਹੋ ਗਏ। ਪੂਤ ਪੇਖ ਜੋ ਜੀਵਤ ਮਾਤਾ, ਪੁੱਤਰ ਦੇਖ ਕੇ ਜਿਵੇਂ ਮਾਂ ਜਿਉਂਦੀ ਹੈ,
ਜਿਉਣਾ ਕਿਰਿਆ ਬਾਅਦ ਵਿੱਚ ਆਈ, ਪਹਿਲਾਂ ਪੁੱਤਰ ਵੇਖ ਕੇ। ਕੂੜ ਬੋਲ ਕਰੇ ਆਹਾਰ, ਦੋ ਕਿਰਿਆਵਾਂ ਨੇ, ਬੋਲਣਾ ਤੇ ਆਹਾਰ ਕਰਨਾ। ਰੋਟੀ ਖਾਂਦੇ ਨੇ ਪਰ ਪਹਿਲਾਂ ਝੂਠ ਬੋਲਦੇ ਨੇ, ਭਾਵ ਝੂਠ ਬੋਲ ਕੇ ਰੋਟੀ ਖਾਂਦੇ ਨੇ। ਕੂੜ ਬੋਲ ਕਰੇ ਆਹਾਰ, ਇਹਨੂੰ ਕਹਿੰਦੇ ਨੇ ਪੂਰਵ ਪੂਰਨ ਕਰ ਦੰਤਕ। ਕਿਰਿਆ ਦੇ ਅਖੀਰ ਤੇ ਜਿਸ ਤੁਕ ਵਿੱਚ ਦੋ ਕਿਰਿਆਵਾਂ ਆ ਜਾਣ ਤੇ ਜਿਸ ਕਿਰਿਆ ਦੇ ਆਖਰੀ ਅੱਖਰ ਨੂੰ ਸਿਆਰੀ ਹੋਵੇ, ਉਹਦੇ ਨਾਲ ਕੇ ਲੱਗ ਜਾਂਦਾ ਹੈ। ਔਰ ਤੁਸੀਂ ਦੇਖਿਆ ਹੋਵੇਗਾ ਗੁਰਬਾਣੀ ਵਿੱਚ ਕੇ ਲਫ਼ਜ਼ ਨਹੀਂ ਵਰਤਿਆ ਹੋਇਆ ਕਿਤੇ ਵੀ, ਪਰ ਜਿੱਥੇ ਕਿਰਿਆ ਨਾਲ ਕੇ ਲਫ਼ਜ਼ ਵਰਤਣਾ ਹੁੰਦਾ ਹੈ, ਉੱਥੇ ਕਿਰਿਆ ਦੇ ਆਖਰੀ ਅੱਖਰ ਨੂੰ ਸਿਆਰੀ ਲੱਗ ਜਾਂਦੀ ਹੈ। ਅਸਲ ਚ ਗੁਰਬਾਣੀ ਵਿੱਚ ਕੇ ਜਿਹੜਾ ਸਿਆਰੀ ਦਾ ਰੂਪ ਹੈਗਾ। ਖੈਰ, ਹੁਣ ਇਹਦੇ ਵਿੱਚ ਦੇਖੋ ਦੋ ਕਿਰਿਆਵਾਂ ਨੇ, ਇੱਕ ਤੇ ਛੱਡਣਾ, ਦੂਜਾ ਖਾਣਾ। ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਭਾਵ ਅੰਮ੍ਰਿਤ ਛੱਡ ਕੇ ਜ਼ਹਿਰ ਖਾਦੀ। ਇਹ ਨਹੀਂ ਵੀ ਜ਼ਹਿਰ ਖਾ ਕੇ ਬਾਅਦ ਵਿੱਚ ਅੰਮ੍ਰਿਤ ਛੱਡਿਆ, ਨਹੀਂ, ਪਹਿਲਾ ਕੰਮ ਜਿਹੜਾ ਪੂਰਨ ਪੂਰਨ ਕਰ ਦਨ ਤੇ ਕਿਰਿਆ ਛੱਡਣਾ। ਪਹਿਲਾਂ ਅੰਮ੍ਰਿਤ ਛੱਡ ਦਿੱਤਾ, ਆਤਮਿਕ ਜੀਵਨ ਦੇਣ ਵਾਲੇ ਨਾਮ ਅੰਮ੍ਰਿਤ ਨੂੰ ਛੱਡ ਕੇ ਤਾਂ ਇੱਥੇ ਡੱਡੇ ਨੂੰ ਸਿਆਰੀ ਆ ਗਈ। ਵਿਖੇ ਵਿਖ ਖਾਈ, ਵਿਖੇ ਵਿਖ ਮੈਨੇ ਨਿਰੋਲ ਵਿਸ਼, ਜ਼ਹਿਰੀ ਜ਼ਹਿਰ ਖਾਦੀ। ਜਿਵੇਂ ਅਸੀਂ ਪੰਜਾਬੀ ਚ ਕਹਿ ਲਈ ਵੀ ਜ਼ਹਿਰ ਹੀ ਜ਼ਹਿਰ ਖਾਦੀ। ਵਿਖੇ ਵਿਖ ਖਾਈ, ਤੇ ਦੂਜੇ ਵਿਖ ਦੇ ਖੱਖੇ ਨੂੰ ਔਂਕੜ ਦਾ ਭਾਵ ਇਹ ਆਪਣੀ ਮੌਲਿਕ ਔਂਕੜ ਨਾਲ ਲੈ ਕੇ ਆਇਆ ਇਹ ਸ਼ਬਦ, ਤੇ ਇਸਤਰੀ ਲਿੰਗ ਸ਼ਬਦ ਹੈ ਵਿਖ, ਆਪਣੀ ਔਂਕੜੇ ਨਾਲ ਲੈ ਕੇ ਆਇਆ ਹੈਗਾ। ਇਹ ਵਿਸ਼ ਤੋਂ ਬਣਿਆ ਹੈ। ਜਦੋਂ ਵਿਸ਼ ਲਿਖਿਆ ਜਾਂਦਾ ਵੇ ਤੇ ਵ ਕੋ ਛੋਟੀ ਕੀ ਮਾਤਰਾ ਹਿੰਦੀ ਦੇ ਵਿੱਚ ਤੇ ਛਟਕੋਣ ਵਾਲਾ ਸ਼ ਪਾ ਕੇ ਉਹਨੂੰ ਛੋਟੀ ਉਕੀ ਮਾਤਰਾ ਪਾਈ ਜਾਂਦੀ ਹੈ ਵਿਸ਼, ਤੇ ਉਹ ਆਪਣੀ ਮੌਲਿਕ ਔਂਕੜ ਨਾਲ ਲੈ ਕੇ ਆਇਆ। ਇਸ ਕਰਕੇ ਗੁਰਬਾਣੀ ਵਿੱਚ ਜਿੱਥੇ ਵੀ ਜ਼ਹਿਰ ਬਾਰੇ ਗੱਲ ਆਏਗੀ, ਵਿਖ ਦੇ ਬਾਰੇ, ਉੱਥੇ ਹਮੇਸ਼ਾ ਔਂਕੜ ਆਏਗੀ ਆਏਗੀ। ਤੇ ਕਈ ਵਾਰੀ ਗੁਰਬਾਣੀ ਚ ਇਹ ਵਿਖ ਲਫ਼ਜ਼ ਵਿਸ਼ ਵੀ ਆ ਜਾਂਦਾ, ਗਾਵੇ ਨੂੰ ਸਿਆਰੀ ਸੱਸੇ ਨੂੰ ਔਂਕੜ ਦੇ ਨਾਲ, ਉੱਥੇ ਵੀ ਇਹਦਾ ਅਰਥ ਜ਼ਹਿਰ ਬਣਦਾ ਹੈ। ਅੰਮ੍ਰਿਤ ਛਾੜ ਵਿਖੇ ਵਿਖ ਖਾਈ। ਹੁਣ ਇੱਥੇ ਭੱਟ ਕੀਰਤ ਜੀ ਕਹਿ ਰਹੇ ਨੇ ਕਿ ਅਸੀਂ ਔਗਣਾਂ ਨਾਲ ਭਰੇ ਹੋਏ ਹਾਂ, ਸਾਡੇ ਵਿੱਚ ਤੇ ਇੱਕ ਵੀ ਗੁਣ ਨਹੀਂ ਹੈ। ਅਸੀਂ ਆਤਮਿਕ ਜ਼ਿੰਦਗੀ ਦੇਣ ਵਾਲੇ ਪ੍ਰਭੂ ਦੇ ਨਾਮ ਨੂੰ ਛੱਡ ਕੇ ਜ਼ਹਿਰ ਹੀ ਜ਼ਹਿਰ ਖਾਦੀ, ਨਿਰੀ ਜ਼ਹਿਰ ਹੀ ਖਾਦੀ, ਵਿਉ ਹੀ ਖਾਦੀ ਅਸੀਂ। ਹੁਣ ਇੱਥੇ ਸੰਸਾਰਿਕ ਜ਼ਹਿਰ ਦੀ ਗੱਲ ਨਹੀਂ ਹੈ। ਅੰਮ੍ਰਿਤ ਛੱਡਣ ਦਾ ਭਾਵ ਅਸੀਂ ਗੁਣਾਂ ਨੂੰ ਛੱਡ ਦਿੱਤਾ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਰਤਾ, ਨਿਰਮਾਨਤਾ, ਨਿਸ਼ਕਾਮਤਾ, ਨੇਕ ਨੀਤੀ, ਸੱਚਾਈ, ਇਮਾਨਦਾਰੀ, ਇਹ ਜਿਹੜੇ ਚੰਗੇ ਗੁਣ ਸਨ ਆਤਮਿਕ ਜੀਵਨ ਦੇਣ ਵਾਲੇ, ਇਹਨਾਂ ਗੁਣਾਂ ਦਾ ਤਿਆਗ ਕਰ ਦਿੱਤਾ ਸੀ। ਇਹਦੀ ਥਾਂ ਤੇ ਵਿਖੇ ਵਿਖ ਖਾਈ, ਜਿਹੜੇ ਵਿਸ਼ੇ ਅਸੀਂ ਖਾਦੇ, ਜ਼ਹਿਰ ਜਿਹੜੀ ਖਾਦੀ ਉਹ ਕਿਹੜੀ ਹੈ? ਇਹ ਨਹੀਂ ਬਾਹਰੋਂ ਜ਼ਹਿਰ ਲਿਆ ਕੇ ਖਾ ਲਈ, ਇੱਥੇ ਜ਼ਹਿਰ ਦਾ ਭਾਵ ਹੈ ਔਗਣ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਸਾ, ਤ੍ਰਿਸ਼ਨਾ, ਨਿੰਦਿਆ, ਚੁਗਲੀ, ਦ્વੈਸ਼, ਪਖੀਲੀ, ਪਾਪ, ਵਿਕਾਰ, ਗੁਨਾਹ, ਅਪਰਾਧ, ਚੋਰੀਆਂ, ਠੱਗੀਆਂ, ਬੇਈਮਾਨੀਆਂ, ਪਹਿਨਾਮੀਆਂ, ਜਿੰਨੇ ਵੀ ਇਹ ਔਗਣ ਆਦਿਕ ਨੇ, ਇਹਨਾਂ ਸਾਰਿਆਂ ਦੀ ਜ਼ਹਿਰ ਖਾਦੀ, ਆਤਮਿਕ ਮੌਤ ਦੇਣ ਵਾਲੇ ਨੇ। ਸੁਭਾਵਕ ਸੱਚ ਬੋਲਦਾ ਤੇ ਜੀਵਨ ਮਿਲ ਜਾਂਦਾ ਹੈ, ਝੂਠ ਬੋਲਦਾ ਮੇਰੇ ਅੰਦਰੋਂ ਕੁਝ ਮਰ ਜਾਂਦਾ ਹੈ। ਇਹ ਜਿਹੜਾ ਝੂਠ ਹੈ ਮੇਰੇ ਲਈ ਜ਼ਹਿਰ ਬਣ ਗਿਆ, ਸੱਚ ਮੇਰੇ ਲਈ ਅੰਮ੍ਰਿਤ ਹੈ, ਮੈਨੂੰ ਜੀਵਨ ਦਿੰਦਾ ਹੈ। ਸਿਫਤ ਕਰਦਾ ਹਾਂ ਮੈਂ ਜਿਉਂ ਪੈਣਾ ਵਾਂ, ਮੈਨੂੰ ਜ਼ਿੰਦਗੀ ਮਿਲ ਜਾਂਦੀ ਹੈ। ਇਹਦਾ ਮਤਲਬ ਸਿਫਤ ਜਿਹੜੀ ਆ ਮੇਰੇ ਲਈ ਅੰਮ੍ਰਿਤ ਹੈ। ਪਰ ਜਦੋਂ ਮੈਂ ਕਿਸੇ ਦੀ ਨਿੰਦਾ ਕਰਦਾ ਵਾਂ, ਮੇਰੇ ਅੰਦਰੋਂ ਕੁਝ ਮਰ ਜਾਂਦਾ ਹੈ। ਹੱਕ ਦੀ ਕਮਾਈ ਕਰ ਲੈ ਕੇ ਆਣਾ, ਮੈਂ ਜਿਉਂ ਪੈਣਾ ਵਾਂ, ਹੱਕ ਦੀ ਕਮਾਈ ਕਰਨੀ ਮੇਰੇ ਲਈ ਅੰਮ੍ਰਿਤ ਹੈ ਇਹ। ਪਰ ਜਦੋਂ ਕਿਸੇ ਗਰੀਬ ਦਾ ਹੱਕ ਮਾਰ ਕੇ ਕਰ ਲੈ ਕੇ ਆਣਾ, ਮੇਰਾ ਅੰਦਰ ਮਰ ਜਾਂਦਾ ਹੈ, ਮੇਰੀ ਜ਼ਮੀਰ ਮਰ ਜਾਂਦੀ ਹੈ। ਬੇਈਮਾਨੀ ਦੀ ਕਮਾਈ ਕਰ ਲੈ ਕੇ ਆਣਾ, ਜ਼ਮੀਰ ਮਰ ਜਾਂਦੀ ਹੈ, ਮੈਂ ਜ਼ਹਿਰ ਖਾ ਲੈਂਦਾ, ਆਤਮਿਕ ਮੌਤੇ ਮਰ ਜਾਂਦਾ। ਪ੍ਰਭੂ ਚੇਤੇ ਆ ਜਾਏ ਜੀ ਪੈਣਾ, ਤੇ ਪ੍ਰਭੂ ਦਾ ਮਤਲਬ ਹੀ ਰੱਬ ਦੇ ਜਿੰਨੇ ਗੁਣ ਨੇ ਪ੍ਰਭੂ ਹੀ ਨੇ। ਉਹ ਰੱਬੀ ਗੁਣਾਂ ਨੂੰ ਭੁੱਲ ਜਾਣਾ, ਰੱਬ ਨੂੰ ਭੁੱਲ ਜਾਣਾ, ਪ੍ਰਭੂ ਭੁੱਲ ਜਾਣਾ ਵਾ ਤੇ ਮਰ ਜਾਣਾ ਵਾ। ਪ੍ਰਭੂ ਯਾਦ ਆ ਜਾਏ, ਰੱਬੀ ਗੁਣ ਯਾਦ ਆ ਜਾਣ, ਜੀ ਪੈਣਾ ਵਾ, ਆਖਾਂ ਜੀਵਾਂ ਬਿਸਰੈ ਮਰ ਜਾऊं। ਅੰਮ੍ਰਿਤ ਹੈ ਰੱਬੀ ਗੁਣ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਇਹ ਜਿਹੜਾ ਨਾਮ ਅੰਮ੍ਰਿਤ ਰੱਬੀ ਗੁਣ ਨੇ, ਹਰ ਇੱਕ ਸਰੀਰ ਦੇ ਅੰਦਰ ਹੀ ਨੇ, ਸਾਰਿਆਂ ਦੇ ਅੰਦਰ ਇਹ ਗੁਣ ਨੇ। ਇਹ ਨਹੀਂ ਕਿ ਮੇਰੇ ਕੋਲ ਹਨ ਤੁਹਾਡੇ ਕੋਲ ਨਹੀਂ, ਜਾਂ ਤੁਹਾਡੇ ਕੋਲ ਹਨ ਮੇਰੇ ਕੋਲ ਨਹੀਂ ਹਨ, ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਗੁਣ ਸਾਰਿਆਂ ਚ ਨੇ, ਸੱਚ ਸਾਰਿਆਂ ਦੇ ਅੰਦਰ ਹੈ, ਸੱਚ ਹਰ ਕੋਈ ਬੋਲ ਸਕਦਾ ਹੈ, ਪ੍ਰੇਮ ਸਭ ਦੇ ਅੰਦਰ ਹੈ, ਕੋਈ ਵੀ ਪ੍ਰੇਮ ਕਰ ਸਕਦਾ ਹੈ, ਨਿਮਰਤਾ ਸਾਰਿਆਂ ਅੰਦਰ ਹੈ, ਕੋਈ ਵੀ ਨਿਮਰਤਾ ਦਿਖਾ ਸਕਦਾ ਹੈ, ਮਿੱਠਾ ਬੋਲਣਾ ਸਾਰਿਆਂ ਅੰਦਰ ਹੈ, ਕੋਈ ਵੀ ਮਿੱਠਾ ਬੋਲ ਸਕਦਾ ਹੈ। ਕੋਈ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਪਿਆਰ ਕਰਨ ਦਾ ਪਤਾ ਨਹੀਂ ਵੀ ਪਿਆਰ ਕਰਨਾ ਕੀ ਹੁੰਦਾ ਹੈ। ਕੋਈ ਇਹ ਨਹੀਂ ਕਹਿ ਸਕਦਾ ਮੈਨੂੰ ਪਤਾ ਨਹੀਂ ਵੀ ਸੱਚ ਬੋਲਣਾ ਕੀ ਹੈ। ਫਰਕ ਇਹਨਾਂ ਕੋਈ, ਅਸੀਂ ਉਹਨਾਂ ਗੁਣਾਂ ਨੂੰ ਵਰਤਦੇ ਨਹੀਂ ਆ।
अंदर अमृत अंदर ही है, नौ-निध अमृत प्रभु का नाम, देहि में इसका विश्राम। ਇਹ ਗੁਣਾ ਰੂਪੀ ਰੱਬੀ ਗੁਣਾ ਰੂਪੀ ਅੰਮ੍ਰਿਤ ਅੰਦਰ ਹੀ ਹੈ, ਪਰ ਅਸੀਂ ਵਰਤਦੇ ਨਹੀਂ ਆ। ਇਹ ਨਹੀਂ ਕਿ ਮੈਨੂੰ ਸਿਫਤ ਕਰਨੀ ਆਉਂਦੀ ਹੈ ਪਰ ਮੈਂ ਇਸ ਗੁਣ ਨੂੰ ਵਰਤਦਾ ਨਹੀਂ। ਕੋਈ ਨਹੀਂ ਕਹਿ ਸਕਦਾ ਕਿ ਮੈਨੂੰ ਪਤਾ ਨਹੀਂ ਮਿੱਠੀ ਜ਼ੁਬਾਨ ਕੀ ਹੈ, ਨਿਮਰਤਾ ਕੀ ਹੈ, ਈਮਾਨਦਾਰੀ ਕੀ ਹੈ, ਕੋਈ ਨਹੀਂ ਕਹਿ ਸਕਦਾ। ਸਭ ਨੂੰ ਪਤਾ ਹੈ ਈਮਾਨਦਾਰ ਦੇ ਗੁਣ ਹੈ, ਪਰ ਵਰਤ ਨਹੀਂ ਰਿਹਾ ਇਹ। ਵਰਤ ਕੀ ਰਿਹਾ? ਵਰਤ ਰਿਹਾ ਨਿੰਦਿਆ, ਵਰਤ ਰਿਹਾ ਚੁਗਲੀ, ਵਰਤ ਰਿਹਾ ਝੂਠ, ਵਰਤ ਰਿਹਾ ਹੈ ਕਿਸੇ ਦਾ ਹੱਕ ਮਾਰਨਾ, ਬੇਈਮਾਨੀ ਵਰਤ ਰਿਹਾ, ਵਰਤ ਰਿਹਾ ਜ਼ਹਿਰ ਨੂੰ। ਵਿਕਾਰਾਂ ਨੇ ਇਸ ਅੰਮ੍ਰਿਤ ਨੂੰ ਖਾ ਲਿਆ, ਲੁੱਟ ਲਿਆ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਅੰਮ੍ਰਿਤ ਲੁੱਟੇ। ਇਹਦਾ ਮਤਲਬ ਅੰਮ੍ਰਿਤ ਅੰਦਰ ਸੀ ਜਿਹਨੂੰ ਲੁੱਟਦੇ ਪਏ ਨੇ। ਅੰਮ੍ਰਿਤ ਲੁੱਟੇ, ਮਨਮੁਖ ਨਹੀਂ ਪੁੱਛੇ, ਕੋਈ ਨਾ ਸੁਣੇ ਪੁਕਾਰਾ, ਮਨਮੁਖ ਨੂੰ ਸਮਝ ਨਹੀਂ ਆਉਂਦੀ। ਅੰਮ੍ਰਿਤ ਲੁੱਟੇ, ਮਨਮੁਖ ਨਹੀਂ ਪੁੱਜੈ, ਕੋਈ ਨਾ ਸੁਣੇ ਪੁਕਾਰਾ, ਅੰਧਾ ਜਗਤ ਅੰਧ ਵਰਤਾਰਾ, ਬਾਚ ਗੁਰੂ ਗੁਬਾਰਾ। ਇਹਦਾ ਮਤਲਬ ਅੰਦਰ ਅੰਮ੍ਰਿਤ ਸੀ ਜਿਨ੍ਹਾਂ ਨੂੰ ਕੋਈ ਲੁੱਟ ਰਹੇ ਨੇ ਵਿਕਾਰ। ਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਸਪਸ਼ਟ ਕਹਿ ਦਿੱਤਾ, ਤਿਤ ਸਰਵਰ ਰਹਿ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਤ ਜੂ ਮੋਹ। ਇੱਥੇ ਪੰਕਜ ਮੋਹ ਨਹੀਂ ਹੈ ਪਾਠ, ਇਹ ਯਾਦ ਰੱਖਿਓ। ਬਹੁਤ ਸਾਰੇ ਜਿਹੜੇ ਸੱਜਣ ਪੰਕਜ ਮੋਹ ਪਾਠ ਕਰ ਲੈਂਦੇ ਨੇ। ਪੰਕਜ ਕਹਿੰਦੇ ਨੇ ਪੰਕ ਮੈਨੇ ਚਿੱਕੜ, ਪੰਕਜ ਮੈਨੇ ਚਿੱਕੜ ਵਿੱਚ ਖਿਲਣ ਵਾਲਾ ਫੁੱਲ, ਕਮਲ। ਇੱਥੇ ਕਮਲ ਦੀ ਗੱਲ ਨਹੀਂ ਚੱਲਦੀ ਕਿ ਪੰਕਜ ਮੋਹ ਵੀ ਕਮਲ ਦਾ ਫੁੱਲ ਮੋਹ ਹੈਗਾ, ਪੱਗ ਨਹੀਂ ਚੱਲੇ। ਇੱਥੇ ਪੰਕ ਦਾ ਮਤਲਬ ਚਿੱਕੜ, ਜੂ ਮੋਹ। ਆ ਜਿਹੜਾ ਮੋਹ ਹੈ ਉਹ ਚਿੱਕੜ ਹੈ। ਪੰਕ ਜੂ ਮੋਹ, ਮੋਹ ਜਿਹੜਾ ਚਿੱਕੜ ਹੈ, ਪੰਕ ਜੂ ਮੋਹ, ਪੱਗ ਨਹੀਂ ਚੱਲੇ। ਇਸ ਪੰਕ ਜੂ ਮੋਹ, ਮੋਹ ਰੂਪੀ ਚਿੱਕੜ ਵਿੱਚ ਮੇਰਾ ਪੈਰ ਨਹੀਂ ਚੱਲਦਾ। ਇਸ ਕਰਕੇ ਪੰਕ ਤੇ ਜੂ ਇਹ ਅਲੱਗ-ਅਲੱਗ ਪਾਠ ਕਰਨਾ ਪਏਗਾ। ਪੱਗ ਨਹੀਂ ਚਾਲੇ, ਹਮ ਦੇਖਾ ਤੈਂ ਡੂਬੀ ਹਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਇਹਦਾ ਮਤਲਬ ਗੁਣ ਸੀ ਪਹਿਲਾਂ, ਪਰ ਹਰੀ ਨੂੰ ਵਿਸਾਰ ਕੇ ਗਲ ਗਏ ਉਹ ਗੁਣ। ਇਹ ਉਹੀ ਅੰਮ੍ਰਿਤ ਸੀ ਜਿਹਨੂੰ ਛੱਡ ਕੇ ਵਿਸ਼ੇ ਵਿਕਾਰ ਖਾਣ ਲੱਗ ਪਏ। ਭਾਵ ਗੁਣਾਂ ਨੂੰ ਛੱਡ ਕੇ ਔਗੁਣਾਂ ਦੀ ਵਰਤੋਂ ਕਰਨ ਲੱਗ ਪਏ। ਕੋਈ ਨਹੀਂ ਕਹਿ ਸਕਦਾ ਕਿ ਮੇਰੇ ਅੰਦਰ ਨਿਮਰਤਾ ਨਹੀਂ ਹੈ, ਮੇਰੇ ਅੰਦਰ ਪ੍ਰੇਮ ਨਹੀਂ ਹੈ। ਕੋਈ ਵੀ ਨਹੀਂ ਕਹਿ ਸਕਦਾ। ਰੱਬ ਨੇ ਇਹ ਗੁਣ ਸਾਰਿਆਂ 'ਚ ਹੀ ਪਾਏ ਹੋਏ ਨੇ। ਇਹ ਗੱਲ ਵੱਖਰੀ ਹੈ ਕਿ ਕੋਈ ਇਹਨਾਂ ਗੁਣਾਂ ਨੂੰ ਵਰਤ ਲੈਂਦਾ ਹੈ, ਕੋਈ ਇਹਨਾਂ ਗੁਣਾਂ ਨੂੰ ਨਹੀਂ ਵਰਤਦਾ। ਜਿਹੜੇ ਨਹੀਂ ਵਰਤਦੇ, ਜਿਹੜੇ ਉਹ ਫਿਰ ਔਗੁਣਾਂ ਨੂੰ ਵਰਤ ਕੇ ਜ਼ਹਿਰ ਖਾ ਕੇ ਆਤਮਕ ਮੌਤੇ ਮਰੀ ਜਾਂਦੇ ਨੇ, ਤੇ ਜਿਹੜੇ ਵਰਤ ਲੈਂਦੇ ਨੇ ਉਹ ਨਾਮ ਅੰਮ੍ਰਿਤ ਨਾਲ ਸਾਂਝ ਪਾ ਕੇ ਆਤਮਕ ਤੌਰ ਤੇ ਜਿਉਂਦੇ ਰਹਿੰਦੇ ਨੇ। ਕੋਈ ਨਹੀਂ ਕਹਿ ਸਕਦਾ ਰੱਬ ਨੇ ਮੇਰੇ ਅੰਦਰ ਦਇਆ ਨਹੀਂ ਪਾਈ, ਪਰਉਪਕਾਰ ਦੀ ਭਾਵਨਾ ਨਹੀਂ ਪਾਈ, ਜਾਂ ਮੇਰੇ ਅੰਦਰ ਪ੍ਰਭੂ ਨੇ ਸਤ ਨਹੀਂ ਪਾਇਆ, ਸੰਤੋਖ ਨਹੀਂ ਪਾਇਆ। ਪਾਇਆ ਸਭ ਕੁਛ ਹੈ, ਮੈਂ ਕਿੰਨਾ ਕੁ ਵਰਤਦਾ ਵਾਂ। ਇਹ ਤੇ ਇਸ ਤਰ੍ਹਾਂ ਮੰਨੋ ਜਿਵੇਂ ਸਾਗਰ ਹੋਵੇ, ਸਮੁੰਦਰ ਹੋਵੇ, ਤੇ ਕੋਈ ਬੰਦਾ ਜਾਵੇ ਸਮੁੰਦਰ ਦੇ ਕਿਨਾਰੇ ਜਾ ਕੇ ਵਾਪਸ ਆ ਜਾਏ, ਖਾਲੀ ਹੱਥੀ ਆ ਜਾਏ। ਦੂਸਰਾ ਬੰਦਾ ਜਾਏ, ਉਹ ਚਮਚ ਲੈ ਕੇ ਚਲਾ ਜਾਏ ਤੇ ਚਮਚ ਸਮੁੰਦਰ ਦੇ ਵਿੱਚੋਂ ਭਰ ਕੇ ਲਿਆਏ, ਉਹਨੂੰ ਸਮੁੰਦਰ ਚੋਂ ਚਮਚ ਜਿੰਨਾ ਪਾਣੀ ਮਿਲ ਗਿਆ। ਤੀਸਰਾ ਆਦਮੀ ਗਿਆ, ਉਹ ਗਲਾਸ ਲੈ ਕੇ ਗਿਆ, ਉਹਨੇ ਗਲਾਸ ਭਰ ਕੇ ਲਿਆ ਆਂਦਾ। ਚੌਥਾ ਆਦਮੀ ਬਾਲਟੀ ਲੈ ਕੇ ਚਲਾ ਗਿਆ, ਉਹ ਬਾਲਟੀ ਭਰ ਕੇ ਲਿਆਇਆ। ਪੰਜਵਾਂ ਆਦਮੀ ਜਿਹੜਾ ਉਹ ਕੈਂਟਰ ਹੀ ਲੈ ਗਿਆ, ਪੂਰਾ ਕੈਂਟਰ ਭਰ ਕੇ ਲਿਆਇਆ। ਸਮੁੰਦਰ ਘਟਿਆ ਨਹੀਂ ਹੈ, ਉਹ ਘਟਦਾ ਵੱਧਦਾ ਨਹੀਂ ਹੈ। ਮੇਰੇ ਕੋਲ ਭਾਂਡਾ ਕਿੰਨਾ ਕੁ ਹੈ, ਮੇਰੇ ਕੋਲ ਪਾਤਰਤਾ ਕਿੰਨੀ ਹੈ। ਰੱਬੀ ਗੁਣਾਂ ਦਾ ਸਮੁੰਦਰ ਤੇ ਸਾਰਿਆਂ ਦੇ ਅੰਦਰ ਭਰਿਆ ਹੈ, ਪਰ ਕੋਈ ਕਿੰਨਾ ਕੁ ਵਰਤਦਾ ਹੈ ਇਹ ਉਹਦੇ ਹੱਥ ਵਿੱਚ ਹੈ। ਕੋਈ ਚਮਚ ਲੈ ਕੇ ਥੋੜਾ ਜਿਹਾ ਉਹਨਾਂ ਗੁਣਾਂ ਨੂੰ ਵਰਤ ਲੈਂਦਾ ਜ਼ਿੰਦਗੀ 'ਚ, ਬਾਕੀ ਖਾਲੀ ਰਹਿ ਜਾਂਦਾ ਹੈ। ਤੇ ਕੋਈ ਇੰਨਾ ਵਰਤੀ ਜਾਂਦਾ ਜ਼ਿੰਦਗੀ ਪਰ ਸਮੁੰਦਰ ਗੁਣਾਂ ਦਾ ਤਾਂ ਵੀ ਮੁੱਕਣ 'ਚ ਨਹੀਂ ਆਉਂਦਾ। ਮਤਲਬ ਇਹ ਕੋਈ ਨਹੀਂ ਕਹਿ ਸਕਦਾ ਰੱਬ ਨੇ ਮੇਰੇ 'ਚ ਗੁਣ ਨਹੀਂ ਪਾਏ, ਅੰਮ੍ਰਿਤ ਨਹੀਂ ਪਾਇਆ। ਅੰਮ੍ਰਿਤ ਸਾਰਿਆਂ ਅੰਦਰ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਅੰਮ੍ਰਿਤ ਪ੍ਰਭੂ ਨੇ ਸਾਰਿਆਂ 'ਚ ਪਾਇਆ ਹੈ। ਇਹ ਗੱਲ ਵੱਖਰੀ, ਕੋਈ ਵਰਤ ਨਹੀਂ ਰਿਹਾ। ਕਿਉਂ ਨਹੀਂ ਵਰਤ ਰਿਹਾ ਜੀ? ਔਖਾ ਬੜਾ ਹੈ। ਸਤਿਗੁਰੂ ਕਹਿਣ ਲੱਗੇ ਔਖਾ ਕੁਛ ਵੀ ਨਹੀਂ ਹੈ, ਨਾ ਹੀ ਦੇਖਣਾ ਭਾਜੀਏ, ਪਰਮ ਸਿਆਣਪ ਏ। ਵੀ ਹੋ ਨਹੀਂ ਸਕਦਾ ਇਹ ਕਹਿ ਕੇ ਦੌੜੀ ਨਾ, ਅਸਲੀ ਸਿਆਣਪ ਇਹ ਹੈ ਕਿ ਇਹਨੂੰ ਵਰਤ ਲਈ। ਭੱਟ ਸਾਹਿਬਾਨ ਆਖਦੇ ਨੇ ਸਾਡੀ ਹਾਲਤ ਇਹ ਸੀ, ਔਗੁਣਾਂ ਨਾਲ ਭਰੇ ਆ, ਇੱਕ ਵੀ ਗੁਣ ਨਹੀਂ। ਅੰਮ੍ਰਿਤ ਛੱਡ ਕੇ ਜ਼ਹਿਰ ਹੀ ਖਾਂਦੇ ਰਹੇ ਅਸੀਂ। ਹਮ ਅਵਗੁਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਦਿਖੈ ਦਿਖ ਖਾਈ। ਰੱਬੀ ਗੁਣਾ ਰੂਪੀ, ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਅਸੀਂ ਨਿਰੀ ਜ਼ਹਿਰ ਹੀ ਜ਼ਹਿਰ ਖਾਦੀ। ਤੇ ਜ਼ਹਿਰ ਕਿੱਥੋਂ ਮਿਲੀ?
ਸੰਸਾਰ ਦੇ ਵਿੱਚੋਂ, ਵਿਕਾਰਾਂ ਵਿੱਚੋਂ, ਔਗਣਾਂ ਵਿੱਚੋਂ ਮਾਇਆ ਮੋਹ ਭਰਮ ਪੈ ਭੁੱਲੇ। ਮਾਇਆ ਦੇ ਮੋਹ ਵਿੱਚ, ਇੱਥੇ ਮੋਹ ਦੇ ਹਾਹੇ ਨੂੰ ਤਾਂ ਨਹੀਂ ਆਈ, ਕਾਰ ਕੀ ਅਰਥ ਬਣ ਜਾਏਗਾ ਵਿੱਚ, ਮੋਹ ਵਿੱਚ। ਭਰਮ, ਭਰਮ ਦੇ ਮੰਮੀ ਨੂੰ ਔਂਕੜ ਨਹੀਂ ਆਈ, ਭਰਮਾਂ ਵਿੱਚ, ਮਾਇਆ ਦੇ ਮੋਹ ਵਿੱਚ ਤੇ ਭਰਮ ਵਿੱਚ ਪੈ ਪੈ ਕੇ ਭੁੱਲੇ, ਪੈ ਕੇ ਭੁੱਲ ਗਏ। ਅਸੀਂ ਮਾਇਆ ਦੇ ਮੋਹ ਵਿੱਚ ਤੇ ਭਰਮਾਂ ਚ ਪੈ ਕੇ ਜ਼ਿੰਦਗੀ ਦੇ ਰਸਤੇ ਤੋਂ ਖੁੰਝ ਗਏ, ਜ਼ਿੰਦਗੀ ਦਾ ਅਸਲੀ ਰਾਹ ਭੁੱਲ ਗਏ। ਨਤੀਜਾ ਕੀ ਨਿਕਲਿਆ? ਸੁਤ ਦਾਰਾ ਸਿਉ ਪ੍ਰੀਤ ਲਗਾਈ। ਸੁਤ ਮੈਨੇ ਪੁੱਤਰ, ਦਾਰਾ ਮੈਨੇ ਇਸਤਰੀ, ਭਾਵ ਧੀਆਂ ਪੁੱਤਰਾਂ ਨਾਲ, ਇਸਤਰੀ ਨਾਲ ਪ੍ਰੀਤ ਲਗਾਈ। ਪ੍ਰੀਤ ਦੇ ਤੱਤੇ ਨੂੰ ਆਗੀ ਸਿਆਰੀ, ਇਹ ਆਪਣੀ ਮੌਲਿਕ ਸਿਆਰੀ ਇਹ ਸ਼ਬਦ ਹਮੇਸ਼ਾ ਨਾਲ ਲੈ ਕੇ ਆਉਂਦਾ ਹੈ। ਇਹ ਇਸਤਰੀ ਲਿੰਗ ਤਤਸਮ ਸ਼ਬਦ ਹੈ ਜਿਹੜਾ ਆਪਣੀ ਸਿਆਰੀ ਹਮੇਸ਼ਾ ਲਿਆਏਗਾ। ਜਿੱਥੇ ਵੀ ਤੁਹਾਨੂੰ ਪ੍ਰੀਤ ਲਫ਼ਜ਼ ਮਿਲੇਗਾ ਉੱਥੇ ਤੱਤੇ ਨੂੰ ਸਿਆਰੀ ਨਾਲ ਮਿਲੇਗੀ, ਕਿਉਂਕਿ ਇਹ ਹਿੰਦੀ ਦੇ ਸੰਸਕ੍ਰਿਤ ਦੇ ਪ੍ਰੀਤੀ ਸ਼ਬਦ ਤੋਂ ਬਣਿਆ। ਪ੍ਰੀਤੀ, ਪ੍ਰੀਤੀ ਤੋਂ ਬਣ ਗਿਆ ਪ੍ਰੀਤ, ਤੱਤੇ ਨੂੰ ਲੱਗੀ ਸਿਆਰੀ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਅਸੀਂ ਆਪਣੇ ਪੁੱਤਰ ਨਾਲ, ਅਸੀਂ ਆਪਣੀ ਪਤਨੀ ਨਾਲ ਪਿਆਰ ਪਾ ਲਿਆ, ਭਾਵ ਅਸਲ ਦੇ ਵਿੱਚ ਜ਼ਿੰਦਗੀ ਦੇ ਅਸਲ ਰਸਤੇ ਤੋਂ ਖੁੰਝ ਗਏ। ਮਾਇਆ ਦੇ ਮੋਹ ਤੇ ਭਰਮਾਂ ਚ ਪੈ ਕੇ ਅਸੀਂ ਕੇਵਲ ਰਿਸ਼ਤੇਦਾਰੀ ਨਿਭਾਉਣ ਤੱਕ ਸੀਮਿਤ ਰਹਿ ਗਏ, ਕਬੀਲਦਾਰੀ ਹੀ ਨਿਭਾ ਰਹੇ ਹਾਂ। ਫਿਰ ਕੀ ਹੋਇਆ? ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ। ਪੰਥ ਮੈਨੇ ਰਸਤਾ, ਥੱਥੇ ਨੂੰ ਆ ਗਈ ਔਂਕੜ। ਉਹ ਪੰਥ ਕਿੰਨੇ ਕੁ ਨੇ ਗੁਰੂ ਨਾਨਕ ਦੇ? ਗੁਰੂ ਨਾਨਕ ਦਾ ਪੰਥ ਤੇ ਇੱਕੋ ਹੀ ਹੈ, ਇੱਕੋ ਹੀ ਪੰਥ ਹੈ। ਨਾਨਕ ਨਿਰਮਲ ਪੰਥ ਚਲਾਇਆ, ਉਹ ਨਿਰਮਲ ਪੰਥ ਇੱਕੋ ਹੀ ਹੈ, ਰਸਤਾ ਇੱਕੋ ਹੀ ਹੈ ਗੁਰਮੁਖ ਦਾ। ਗੁਰਮੁਖ ਗਾਢੀ ਰਾਹ ਚਲਾਏ ਇੱਕੋ ਹੀ ਹੈ। ਇੱਕ ਉੱਤਮ ਪੰਥ, ਭਾਵੇਂ ਇੱਕੋ ਪੰਥ ਹੈ ਨਿਰਾਲਾ ਗੁਰੂ ਨਾਨਕ ਦਾ, ਉਹ ਹੈ ਨਾਨਕ ਨਿਰਮਲ ਪੰਥ ਚਲਾਇਆ ਜਾਂ ਗੁਰਮੁਖ ਗਾਢੀ ਰਾਹ ਚਲਾਇਆ। ਇਸ ਕਰਕੇ ਪੰਥ ਦੇ ਥੱਥੇ ਨੂੰ ਆ ਗਈ ਔਂਕੜ। ਇਸ ਉਹਦਾ ਵਿਸ਼ੇਸ਼ਣ ਜਿਹੜਾ ਹੈ ਇੱਕ, ਉਹਦੇ ਵੀ ਕੱਕੇ ਨੂੰ ਲੱਗ ਗਈ ਔਂਕੜ। ਤੇ ਉਹ ਇੱਕ ਪੰਥ ਜਿਹੜਾ ਕੀ ਹੈ? ਉਹ ਹੈਗਾ ਉੱਤਮ, ਮੈਨੇ ਸ੍ਰੇਸ਼ਟ। ਇਸ ਕਰਕੇ ਇੱਥੇ ਉੱਤਮ ਦੇ ਵੀ ਮੰਮੇ ਨੂੰ ਔਂਕੜ ਆਣੀ ਚਾਹੀਦੀ ਹੈ ਵਿਆਕਰਨਿਕ ਨਿਯਮਾਂ ਦੇ ਅਨੁਸਾਰ। ਉਹ ਵਾਲਾ ਪੰਥ ਜਿਹੜਾ ਇੱਕ ਹੈ ਔਰ ਸ੍ਰੇਸ਼ਟ ਹੈ, ਇੱਕ ਸ੍ਰੇਸ਼ਟ ਪੰਥ, ਇੱਕ ਕੀਮਤੀ ਰਸਤਾ ਸਾਨੂੰ ਮਿਲ ਗਿਆ। ਰਸਤੇ ਦੁਨੀਆ ਤੇ ਬੜੇ ਨੇ, ਪਰ ਗੁਰਮਤ ਬੜਾ ਸੌਖਾ ਰਸਤਾ ਹੈ। ਰਸਤੇ ਅਨੇਕਾਂ ਬਣੇ ਨੇ, ਕੋਈ ਆਖਦਾ ਸਾਡਾ ਰਸਤਾ ਜਾਂਦਾ ਹੈ ਰੱਬ ਦੇ ਘਰ ਵੱਲ, ਕੋਈ ਆਖਦਾ ਸਾਡਾ ਰਸਤਾ ਜਾਂਦਾ ਹੈ, ਕੋਈ ਤੀਰਥਾਂ ਦੇ ਇਸ਼ਨਾਨਾਂ ਦਾ ਰਸਤਾ ਹੈ, ਕੋਈ ਵਰਤ ਰੱਖਣ ਦਾ ਰਸਤਾ ਹੈਗਾ, ਕੋਈ ਜੰਗਲਾਂ ਪਹਾੜਾਂ ਚ ਜਾ ਕੇ ਜਪ ਤਪ ਕਰਨ ਦਾ ਰਸਤਾ ਹੈ, ਕੋਈ ਪਾਣੀ ਚ ਇੱਕ ਲੱਦੇ ਭਰ ਖਲੋਣ ਦਾ ਰਸਤਾ ਹੈ, ਕੋਈ ਕੰਡਿਆਂ ਦੇ ਉੱਪਰ ਬਹਿਣ ਦਾ ਰਸਤਾ ਹੈ, ਕੋਈ ਅੱਗ ਚ ਧੂਣੀਆਂ ਤਪਾ ਕੇ ਸਰੀਰ ਨੂੰ ਸਾੜਨ ਵਾਲਾ ਰਸਤਾ ਹੈ। ਰਸਤੇ ਤੇ ਬੜੇ ਨੇ, ਕੋਈ ਦਾਨ ਪੁੰਨ ਦਾ, ਕੋਈ ਕਰਮ ਕਾਂਡ ਕਰਨ ਦਾ, ਕੋਈ ਮੂਰਤੀਆਂ ਪੂਜਣ ਦਾ, ਰਸਤੇ ਬਹੁਤ ਨੇ। ਪਰ ਉੱਤਮ ਪੰਥ ਗੁਰੂ ਨਾਨਕ ਦੇ ਘਰੋਂ ਪਤਾ ਚੱਲਿਆ, ਜਿਹਦੇ ਚ ਕੋਈ ਕਰਮ ਕਾਂਡ ਕਰਨ ਦੀ ਲੋੜ ਨਹੀਂ ਹੈ। ਸਿਰਫ 3 ਗੱਲਾਂ ਨੇ। ਇੱਕ ਤੇ ਹੈ ਸੱਚੀ ਸੁੱਚੀ ਕਿਰਤ ਕਰਨੀ, ਆਪਣੇ ਹੱਕ ਦੀ ਕਮਾਈ। ਦੂਜਾ ਹੈ ਗਰੀਬ ਤੇ ਲੋੜਵੰਦ ਦੀ ਮਦਦ ਕਰਨੀ, ਜਿਹੜਾ ਜ਼ਿੰਦਗੀ ਦੀ ਦੌੜ ਚੋਂ ਪਿੱਛੇ ਰਹਿ ਗਿਆ ਉਹਨੂੰ ਬਾਹ ਫੜ ਕੇ ਨਾਲ ਤੋਰਨਾ। ਤੇ ਤੀਜਾ ਹੈ ਜੋ ਮਾਲਕ ਨੇ ਦਿੱਤਾ ਉਹਦੇ ਸ਼ੁਕਰਾਨੇ ਚ ਰਹਿਣਾ, ਉਹਦਾ ਧੰਨਵਾਦ ਕਰਨਾ। ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਆਹ ਹੈ ਗੁਰਮਤ ਦਾ ਰਸਤਾ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਆਹ ਹੈ ਰਾਹ ਅਸਲੀ। ਘਾਲ ਖਾਏ ਮੈਨੇ ਸੱਚੀ ਸੁੱਚੀ ਘਾਲਣਾ, ਕਿਰਤ ਕਮਾਈ ਕਰਨੀ, ਕਿਛ ਹੱਥੋਂ ਦੇ ਗਰੀਬ ਲੋੜਵੰਦ ਦੀ ਮਦਦ ਕਰਨੀ, ਕਿਰਤ ਵੀ ਕਰਨੀ ਤੇ ਵੰਡ ਵੀ ਛਕਣਾ। ਨਾਨਕ ਰਾਹ ਪਛਾਣੇ ਸੇ। ਇਹ ਨਾਨਕ ਉਹੀ ਅਸਲੀ ਰਸਤਾ ਪਛਾਣ ਸਕਦਾ ਹੈ। ਆਹ ਉੱਤਮ ਰਸਤਾ ਹੈ ਗੁਰੂ ਨਾਨਕ ਦੇ ਘਰ ਦਾ। ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ। ਅਸੀਂ ਸੁਣਿਆ ਗੁਰੂ ਦੀ ਸੰਗਤ ਵਾਲਾ ਰਸਤਾ ਹੈ ਇਹ, ਜਾਂ ਗੁਰੂ ਦੀ ਸੰਗਤ ਤੋਂ ਸੁਣਿਆ ਸੀ, ਕਿਸੇ ਗੁਰਮੁਖ ਨੇ ਦੱਸ ਦਿੱਤਾ ਵੀ ਆਹ ਰਸਤਾ ਹੈ ਗੁਰੂ ਨਾਨਕ ਦੇ ਘਰ ਦਾ। ਗੁਰ ਦੇ ਰਾਰੇ ਨੂੰ ਔਂਕੜ ਨਹੀਂ ਆਈ, ਗੁਰੂ ਦੀ ਸੰਗਤ ਦੇ ਤੱਤੇ ਨੂੰ ਆ ਗਈ ਸਿਆਰੀ। ਸੰਗਤ ਵਾਲਾ ਰਸਤਾ, ਜਾਂ ਗੁਰੂ ਦੀ ਸੰਗਤ ਤੋਂ ਸੁਣਿਓ ਗੁਰ ਸੰਗਤ। ਤੇਹ ਮਿਲੰਤ, ਤੇਹ ਮਿਲੰਤ ਮੈਨੇ ਉਹਦੇ ਵਿੱਚ ਮਿਲ ਕੇ, ਉਸ ਗੁਰੂ ਦੀ ਸੰਗਤ ਵਿੱਚ ਮਿਲ ਕੇ, ਉਸ ਕਾਫਲੇ ਵਿੱਚ ਸ਼ਾਮਲ ਅਸੀਂ ਵੀ ਹੋ ਗਏ ਕਿ ਰਸਤਾ ਬੜਾ ਵਧੀਆ ਹੈ, ਆਓ ਇਸ ਕਾਫਲੇ ਚ ਸ਼ਾਮਲ ਹੋ ਜਾਈਏ। ਇਹ ਸਤ ਸੰਗਤ ਵਾਲਾ ਰਸਤਾ ਹੈ। ਤੇ ਸਤ ਸੰਗਤ ਵਾਲਾ ਰਸਤਾ ਬੜਾ ਕੀਮਤੀ ਹੁੰਦਾ ਹੈ। ਭਗਤ ਰਵਿਦਾਸ ਜੀ ਨੇ ਉਦਾਹਰਨ ਦਿੱਤੀ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਦੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੁੰਦਾ ਸੀ,
ਤੇ ਕੋਈ ਇਕੱਲਾ ਨਹੀਂ ਸੀ ਤੁਰਦਾ। ਰਸਤੇ 'ਚ ਜੰਗਲ ਨੇ, ਪਹਾੜ ਨੇ, ਰਸਤੇ 'ਚ ਜੰਗਲੀ ਲੁਟੇਰੇ ਹੋ ਸਕਦੇ ਨੇ, ਡਾਕੂ ਹੋ ਸਕਦੇ ਨੇ, ਜੰਗਲੀ ਜਾਨਵਰ ਹੋ ਸਕਦੇ ਨੇ। ਫਿਰ ਉਹ ਕੀ ਕਰਦੇ ਸਨ, ਇਕੱਠੇ ਹੋ ਕੇ ਜਾਂਦੇ ਸਨ ਕਾਫਲੇ ਰੂਪ 'ਚ। ਗੱਡੀਆਂ ਦੀਆਂ ਲਾਈਨਾਂ ਲੱਗ ਜਾਣੀਆਂ ਔਰ ਸਾਰੇ ਨੇ ਕਾਫਲੇ ਰੂਪ 'ਚ ਜਾਣਾ। ਤੇ ਜੇ ਕਿਸੇ ਦਾ ਬੈਲ ਕਮਜ਼ੋਰ ਹੋਣਾ, ਉਸ ਕਮਜ਼ੋਰ ਬੈਲ ਨੇ ਗੱਡੀਆਂ ਦੇ ਕਾਫਲੇ ਨੂੰ ਦੇਖ ਕੇ, ਜਿੱਥੇ ਹੋਰ ਵੀ ਬੈਲ ਜਾ ਰਹੇ ਨੇ, ਉਹਨਾਂ ਬੈਲਾਂ ਵੱਲ ਦੇਖ ਕੇ ਉਤਸ਼ਾਹਤ ਹੋ ਜਾਣਾ, ਜੋਸ਼ ਵਿੱਚ ਆ ਕੇ ਉਹਨੇ ਵੀ ਤੁਰੇ ਜਾਣਾ। ਕਮਜ਼ੋਰ ਬੈਲ ਵੀ ਜਿਹੜੇ ਕਾਫਲੇ ਨਾਲ ਚੱਲ ਪੈਂਦਾ ਸੀ, ਉਹਦੇ ਅੰਦਰ ਵੀ ਉਤਸ਼ਾਹ ਆ ਜਾਂਦਾ ਸੀ। ਤੇ ਜੇ ਕਿਤੇ ਕਮਜ਼ੋਰ ਬੈਲ ਰਸਤੇ 'ਚ ਡਿੱਗ ਪਏ, ਬੈਠ ਜਾਏ, ਤੇ ਉਸ ਕਾਫਲੇ ਦੇ ਵਿੱਚ ਇੱਕ ਵੈਦ ਵੀ ਨਾਲ ਹੁੰਦਾ ਸੀ, ਜਿਹੜਾ ਬੈਲ ਦੇ ਮੂੰਹ 'ਚ ਐਸੀ ਦਵਾਈ ਪਾਉਂਦਾ ਸੀ, ਉੱਠ ਕੇ ਫਿਰ ਤੁਰਨ ਲੱਗ ਜਾਂਦਾ ਸੀ। ਇਸ ਸੱਚੇ ਸੁੱਚੇ ਰਸਤੇ ਤੇ ਮੈਂ ਕਿਵੇਂ ਇਕੱਲਾ ਤੁਰਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਲੁੱਟਣ ਵਾਲੇ ਬੜੇ ਬੈਠੇ ਨੇ, ਔਰ ਜ਼ਿੰਦਗੀ ਦਾ ਰਸਤਾ ਸੁੱਖ ਦੁੱਖ ਵਾਲਾ ਉੱਚਾ ਨੀਵਾਂ ਹੈ, ਮਾਣ ਅਪਮਾਨ ਵਾਲਾ, ਕਿਤੇ ਪਹਾੜੀਆਂ ਨੇ, ਕਿਤੇ ਡੂੰਘੀਆਂ ਖਾਈਆਂ ਨੇ। ਘਟ ਅਵਕਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਮੇਰਾ ਮਨ ਬੜਾ ਕਮਜ਼ੋਰ ਬੈਲ ਹੈ। ਰਮਈਏ ਸੇ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਮੈਂ ਕੀ ਕੀਤਾ, ਕੋ ਬੰਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇਰੀ। ਮੈਂ ਇਸ ਕਮਜ਼ੋਰ ਬੈਲ ਨੂੰ ਕਾਫਲੇ ਵਿੱਚ ਲੈ ਆਂਦਾ। ਮਨ ਕਮਜ਼ੋਰ ਬੈਲ ਜਦੋਂ ਸਾਧ ਸੰਗਤ ਰੂਪੀ ਕਾਫਲੇ 'ਚ ਚੱਲ ਪਿਆ, ਤੇ ਦੂਜਿਆਂ ਵੱਲ ਦੇਖ ਕੇ ਇਹਨੂੰ ਵੀ ਹੱਲਾਸ਼ੇਰੀ ਮਿਲ ਗਈ, ਇਹਨੂੰ ਵੀ ਉਤਸ਼ਾਹ ਮਿਲ ਗਿਆ, ਇਹ ਵੀ ਮਨ ਦੌੜਨ ਲੱਗ ਪਿਆ। ਹੁਣ ਦੂਜਿਆਂ ਵੱਲ ਦੇਖ ਕੇ ਫਲਾਣਾ ਬਾਣੀ ਪੜ੍ਹ ਰਿਹਾ, ਵਿਚਾਰ ਕਰ ਰਿਹਾ, ਸੇਵਾ ਕਰ ਰਿਹਾ, ਮੈਂ ਕਿਉਂ ਨਾ ਕਰਾਂ। ਤੇ ਜੇ ਫਿਰ ਵੀ ਮਨ ਕਮਜ਼ੋਰ ਹੋਵੇ, ਇਸ ਕਾਫਲੇ ਵਿੱਚ ਗੁਰੂ ਵੈਦ ਹੈ, ਜਿਹੜਾ ਇਸ ਮਨ ਰੂਪੀ ਬੈਲ ਨੂੰ ਐਸੀ ਦਵਾਈ ਦਿੰਦਾ ਹੈ ਕਿ ਜਨਮ ਜਨਮ ਕੇ ਦੁੱਖ ਨਿਵਾਰੇ, ਸੂਖਾ ਮਨ ਸਦਹਾਰੇ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਹੁਣ ਆਹ ਰਸਤਾ ਹੈ ਗੁਰੂ ਨਾਨਕ ਦੇ ਘਰ ਦਾ, ਸਾਧ ਸੰਗਤ ਵਿੱਚ ਮਿਲ ਕੇ, ਗੁਰੂ ਦੇ ਨਾਲ ਹੁਕਮਾਂ ਨਾਲ ਸਾਂਝ ਪਾ ਕੇ ਰੱਬੀ ਗੁਣਾਂ ਨੂੰ ਜੀਵਨ ਦੇ ਵਿੱਚ ਵਰਤਣਾ। ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ, ਤੇ ਮਿਲੰਤ ਜਮ ਤਲਾਸ ਮਿਟਾਈ। ਸਾਧ ਸੰਗਤ ਵਾਲਾ ਰਸਤਾ ਚੁਣਿਆ, ਉਹਦੇ ਵਿੱਚ ਜਾ ਕੇ ਮਿਲੇ। ਹੁਣ ਕੀ ਹੋਇਆ, ਜਮ ਤਰਾਸ ਮਿਟਾਈ। ਆ ਮਨ ਦੇ ਆਤਮਿਕ ਮੌਤ ਦੇ ਡਰ ਖਤਮ ਹੋ ਗਏ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ, ਮੌਤ ਦੇ ਫੰਦੇ ਕੱਟੇ ਗਏ। ਜਮ ਤਰਾਸ ਮਿਟਾਈ, ਜਮ ਦੀ ਜਿਹੜੀ ਤਰਾਸ, ਮੈਨੇ ਡਰ ਹੈ, ਉਹ ਮਿਟਾ ਦਿੱਤਾ। ਭਾਵ ਆਤਮਿਕ ਮੌਤ ਹੁਣ ਮਾਰ ਨਹੀਂ ਸਕਦੀ। ਹੁਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮੇਰੀ ਜ਼ਮੀਰ ਨੂੰ ਮਾਰ ਨਹੀਂ ਸਕਦੇ। ਇੱਕ ਅਰਦਾਸ, ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ, ਅਰਦਾਸ ਜਿਹੜਾ ਇਸਤਰੀ ਲਿੰਗ ਸ਼ਬਦ ਹੈ, ਅਰਦਾਸ ਹੁੰਦੀ ਹੈ, ਅਰਦਾਸ ਹੁੰਦਾ ਨਹੀਂ, ਅਰਦਾਸ ਹੁੰਦੀ ਹੈ, ਇਸਤਰੀ ਲਿੰਗ ਸ਼ਬਦ। ਤੇ ਇਹ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ। ਜਦੋਂ ਵੀ ਗੁਰਬਾਣੀ 'ਚ ਅਰਦਾਸ ਸ਼ਬਦ ਆਏਗਾ, ਸੱਸੇ ਨੂੰ ਸਿਆਰੀ ਨਾਲ ਆਏਗਾ। ਔਰ ਇਸਤਰੀ ਲਿੰਗ ਦਾ ਜਿਹੜਾ ਵਿਸ਼ੇਸ਼ਣ ਹੁੰਦਾ ਹੈ, ਉਹ ਵੀ ਔਂਕੜ ਤੋਂ ਬਿਨਾਂ ਹੁੰਦਾ ਹੈ। ਇੱਕ, ਇੱਥੇ ਇੱਕ ਦੇ ਕੱਕੇ ਨੂੰ ਔਂਕੜ ਨਹੀਂ ਆਈ। ਪੰਥ ਪੁਲਿੰਗ ਸੀ, ਉਹਦਾ ਵਿਸ਼ੇਸ਼ਣ ਇੱਕ ਕੱਕੇ ਨੂੰ ਔਂਕੜ ਲੱਗ ਗਈ। ਅਰਦਾਸ ਇਸਤਰੀ ਲਿੰਗ ਹੈ, ਉਹਦਾ ਵਿਸ਼ੇਸ਼ਣ ਇੱਕ ਜਿਹੜਾ ਔਂਕੜ ਤੋਂ ਬਿਨਾਂ ਆ ਗਿਆ। ਪੁਲਿੰਗ ਦਾ ਵਿਸ਼ੇਸ਼ਣ ਔਂਕੜ ਨਾਲ ਆਉਂਦਾ ਹੈ, ਇਸਤਰੀ ਲਿੰਗ ਦਾ ਵਿਸ਼ੇਸ਼ਣ ਬਿਨਾਂ ਔਂਕੜ ਤੋਂ ਆ ਜਾਂਦਾ ਹੈ। ਆਮ ਤੌਰ ਤੇ ਨਿਯਮ ਹੈ ਗੁਰਬਾਣੀ ਵਿਆਕਰਨ ਦੇ ਵਿੱਚ। ਇੱਕ ਅਰਦਾਸ, ਪਾਟ ਕੀਰਤ ਕੀ। ਹੁਣ ਸਾਨੂੰ ਇਹ ਵੀ ਪਤਾ ਹੈ, ਪਾਟ ਇੱਥੇ ਭੱਟ ਨੂੰ ਕਿਹਾ ਹੈ, ਕੀਰਤ ਉਹਦਾ ਨਾਮ ਹੈ। ਜੇ ਭੱਟ ਕੀਰਤ ਹੈਗਾ, ਤਾਂ ਤੈਨੂੰ ਔਂਕੜ ਚਾਹੀਦੀ ਸੀ। ਔਂਕੜ ਤਾਂ ਨਹੀਂ ਆਈ ਕਿਉਂਕਿ ਇਹ ਸੰਬੋਧਨ ਹੈ, ਹੇ ਕੀਰਤ, ਪਰ ਆਈ ਹੈ ਸਿਆਰੀ। ਇੱਥੇ ਸਿਆਰੀ ਨਹੀਂ ਚਾਹੀਦੀ। ਅੱਗੇ ਕੀ ਸੰਬੰਧ ਕੀ ਆ ਗਿਆ, ਤਾਂ ਵੀ ਔਂਕੜ ਹਟ ਜਾਂਦੀ ਹੈ, ਤੱਤਾ ਮੁਕਤਾ ਰਹਿ ਜਾਂਦਾ ਹੈ, ਸਿਆਰੀ ਦੀ ਤੁਕ ਹੀ ਨਹੀਂ ਬਣਦੀ। ਹੱਥ ਲਿਖਤ ਬੀੜਾਂ ਦੇ ਵਿੱਚ, ਜਿਹੜੀਆਂ ਪ੍ਰਮਾਣਿਕ ਹੱਥ ਲਿਖਤ ਬੀੜਾਂ ਨੇ, ਉਹਦੇ ਵਿੱਚ ਕੀਰਤ ਦੇ ਤੱਤੇ ਨੂੰ ਸਿਆਰੀ ਨਹੀਂ ਲੱਗੀ ਹੋਈ। ਛਾਪੇ ਵਾਲੀਆਂ ਬੀੜਾਂ ਦੇ ਵਿੱਚ ਕੀਰਤ ਦੇ ਤੱਤੇ ਨੂੰ ਸਿਆਰੀ ਲੱਗੀ ਹੋਈ ਹੈ। ਪਾਟ ਕੀਰਤ ਕੀ, ਭਾਵ ਭੱਟ ਕੀਰਤ ਦੀ ਇੱਕ ਬੇਨਤੀ ਹੈ। ਹੁਣ ਕੀਰਤ ਕੀ ਨੇ ਕੀਰਤ ਦੇ ਤੱਤੇ ਦੀ ਔਂਕੜ ਉਡਾ ਦਿੱਤੀ। ਤੇ ਇੱਥੇ ਸੰਬੋਧਨ ਵੀ ਨਹੀਂ ਹੈ, ਕਿਉਂਕਿ ਪਾਠ ਕੀਰਤ ਦਾ ਵਿਸ਼ੇਸ਼ਣ ਬਣ ਗਿਆ। ਕੀਰਤ ਕੌਣ, ਜਿਹੜਾ ਭੱਟ ਹੈ। ਤੇ ਜਿੱਦਾਂ ਦਾ ਨਾਮ ਉਦਾਂ ਦਾ ਵਿਸ਼ੇਸ਼ਣ, ਇਸ ਕਰਕੇ ਪਾਠ ਦੀ ਵੀ ਟੈਂਕੀ ਨੂੰ ਔਂਕੜ ਨਹੀਂ ਆਏਗੀ। ਇੱਕ ਅਰਦਾਸ, ਪਾਠ ਕੀਰਤ ਕੀ, ਭਾਵ ਕੀਰਤ ਭੱਟ ਦੀ ਇੱਕ ਅਰਦਾਸ ਹੈ, ਇੱਕ ਬੇਨਤੀ ਹੈ। ਭੱਟ ਕੀਰਤ ਦੀ ਇੱਕ ਅਰਜ਼ ਪਲਸ ਦਾਸ਼ਤ ਹੈ, ਅਰਦਾਸ, ਇੱਕ ਗੁਜ਼ਾਰਿਸ਼ ਹੈ। ਕਿਹੜੀ ਹੈ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਇੱਥੇ ਰਾਮਦਾਸ ਦੇ ਸੱਸੇ ਨੂੰ ਔਂਕੜ ਨਹੀਂ ਆਈ,
ਕਿਉਂਕਿ ਇੱਥੇ ਸੰਬੋਧਨ ਹੈ, ਹੇ ਰਾਮਦਾਸ। ਤੇ ਉਹਨਾਂ ਦਾ ਵਿਸ਼ੇਸ਼ਣ ਜਿਹੜਾ ਗੁਰ ਹੈ ਉਹ ਵੀ ਰਾਰੇ ਨੂੰ ਔਂਕੜ ਤੋਂ ਬਿਨਾ ਆ ਗਿਆ, ਭਾਵ ਹੇ ਗੁਰੂ ਰਾਮਦਾਸ। ਦੋਨੋਂ ਸੰਬੋਧਨ ਆਣ ਕਰਕੇ ਆਖਰੀ ਅੱਖਰ ਔਂਕੜ ਤੋਂ ਮੁਕਤ ਆ ਗਏ। ਗੁਰੂ ਰਾਮਦਾਸ ਰਾਖੋ ਸ਼ਰਨਾਈ। ਭੱਟ ਕੀਰਤ ਜੀ ਆਖਦੇ ਨੇ ਕਿ ਭੱਟ ਕੀਰਤ ਦੀ ਇੱਕ ਬੇਨਤੀ ਹੈ, ਕਿ ਗੁਰੂ ਰਾਮਦਾਸ ਜੀ ਆਪਣੀ ਸ਼ਰਨ ਵਿੱਚ ਰੱਖ ਲਓ, ਰਾਖੋ ਸ਼ਰਨਾਈ। ਇੱਥੇ ਭੱਟ ਕੀਰਤ ਜੀ ਦੇ 4 ਸਵਈਏ ਹੁਣ ਸੰਪੂਰਨ ਹਨ। ਇਸ ਤੋਂ ਅੱਗੇ ਭੱਟ ਸੇਖੇ ਦੇ ਭੱਟਸਲ ਦੇ 2 ਸਵਈਏ ਨੇ। ਇਹ ਭੱਟ ਸੇਖੀ ਦਾ ਪੁੱਤਰ ਹੈ ਭੱਟਸਲ, ਭੱਟ ਭਿੱਖੇ ਦਾ ਭਤੀਜਾ। ਮੋਹ ਮਲ ਵਿਵਸ ਕੀਓ, ਕਾਮ ਗਹਿ ਕੇਸ ਪਛਾੜਿਓ। ਮੋਹ ਹਾਹਿਨ ਲੱਗੀ ਔਂਕੜ, ਇੱਥੇ ਮੋਹ ਦੀ ਗੱਲ ਚੱਲ ਰਹੀ ਹੈ। ਕਾਮ ਕ੍ਰੋਧ ਲੋਭ ਮੋਹ ਜਿਹੜਾ ਵਿਕਾਰ ਹੈ, ਪੁਲਿੰਗ ਹੋਣ ਕਰਕੇ, ਇੱਕ ਵਚਨ ਪੁਲਿੰਗ ਹੋਣ ਕਰਕੇ ਹਾਹੇ ਨੂੰ ਔਂਕੜ ਨਾਲ ਆਇਆ ਹੈ। ਤੇ ਜਿੱਥੇ ਕਾਰ ਕੀ ਆਏਗਾ ਉੱਥੇ ਆਏਗਾ ਮੋਹ ਹਾਹੇ ਨੂੰ ਸਿਆਰੀ ਨਾਲ, ਮੋਹ। ਪਰ ਜਿੱਥੇ ਮੇਰੇ ਬਾਰੇ ਗੱਲ ਆਏਗੀ ਉੱਥੇ ਉਚਾਰਨ ਹੋਏਗਾ ਮੋਹੇ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਇੱਥੇ ਵਿਕਾਰ ਹੈ ਮੋਹ। ਮਲ, ਮਲ ਦੇ ਆ ਗਈ ਲੈਲੇ ਨੂੰ ਸਿਆਰੀ, ਮਲ ਕੇ ਵਿਵਸ ਕੀਓ। ਇਹਦੇ ਵਿੱਚ ਹੁਣ 2 ਕਿਰਿਆਵਾਂ ਨੇ, ਮਲਣਾ ਤੇ ਵਸ ਕਰਨਾ। ਪਹਿਲਾਂ ਵਸ ਕਰਕੇ ਬਾਅਦ ਚ ਨਹੀਂ ਮਿਲਿਆ, ਪਹਿਲਾਂ ਮਲ ਕੇ ਫਿਰ ਵਸ ਚ ਕਰ ਦਿਆ। ਮੋਹ ਮਲ, ਮੋਹ ਮਲ ਕੇ ਵਿਵਸ ਕੀਓ। ਵਿਵਸ ਮੈਨੇ ਕਾਬੂ ਚ ਕਰ ਲਿਆ। ਵਿਵਸ ਕੀਓ, ਕਾਮ ਗਹਿ ਕੇਸ ਪਛਾੜਿਓ। ਕਾਮ ਦੇ ਮਮੇ ਨੂੰ ਆ ਗਈ ਔਂਕੜ, ਇੱਕ ਵਚਨ ਪੁਲਿੰਗ, ਗਹਿ ਕੇਸ ਪਛਾੜਿਓ। ਕੇਸਾਂ ਨਾਲ ਫੜ ਕੇ, ਕੇਸ ਫੜ ਕੇ। ਕਾਮ ਗਹਿ ਨਹੀਂ, ਕਾਮ ਗਹਿ ਕੇਸ ਪਛਾੜਿਓ। ਕੇਸ ਦੇ ਸੱਸੇ ਨੂੰ ਔਂਕੜ ਨਹੀਂ ਹੈ, ਇਹਦਾ ਮਤਲਬ ਇਹ ਬਹੁਵਚਨੀ ਅਰਥ ਦੇਗਾ, ਬਹੁਤੇ ਕੇਸ, ਭਾਵ ਕੇਸਾਂ ਨੂੰ ਫੜ ਕੇ ਪਛਾੜ ਲਿਆ, ਭਾਵ ਕੇਸਾਂ ਨੂੰ ਫੜ ਕੇ ਕਾਮ ਪਛਾੜ ਦਿੱਤਾ। ਇਦਾਂ ਅਰਥ ਬਣਨਗੇ। ਕਾਮ ਨੂੰ ਫੜ ਕੇ ਕੇਸਾਂ ਨੂੰ ਪਛਾੜਿਆ ਨਹੀਂ, ਕੇਸਾਂ ਨੂੰ ਫੜ ਕੇ ਕਾਮ ਪਛਾੜ ਦਿੱਤਾ। ਕਾਮ ਗਹਿ ਕੇਸ ਪਛਾੜਿਓ। ਜਿਵੇਂ ਪਹਿਲੀ ਤੁਕ ਸੀ, ਮੋਹ ਮਲ ਵਿਵਸ ਕੀਓ। ਮੋਹ ਮਲ ਕੇ ਕਾਬੂ ਚ ਕਰ ਲਿਆ, ਕਾਮ ਗਹਿ ਕੇਸ ਪਛਾੜਿਓ। ਕੇਸਾਂ ਤੋਂ ਫੜ ਕੇ ਕਾਮ ਨੂੰ ਪਛਾੜ ਦਿੱਤਾ, ਕਾਮ ਨੂੰ ਪੁੰਜੇ ਸੁੱਟ ਦਿੱਤਾ। ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉ ਝਾੜਿਓ। ਕ੍ਰੋਧ ਖੰਡ, ਕ੍ਰੋਧ ਦੇ ਆ ਗਈ ਤਦੇ ਨੂੰ ਔਂਕੜ, ਇੱਕ ਵਚਨ ਪੁਲਿੰਗ। ਖੰਡ ਡੱਡੇ ਨੂੰ ਆ ਗਈ ਸਿਆਰੀ, ਖੰਡ ਕੇ ਮੈਨੇ ਟੁਕੜੇ ਕਰਕੇ। ਪ੍ਰਚੰਡ ਡੱਡੇ ਨੂੰ ਆ ਗਈ ਸਿਆਰੀ, ਆਪਣੇ ਤੇਜ ਪ੍ਰਚੰਡ ਨਾਲ, ਆਪਣੇ ਪ੍ਰਤਾਪ ਨਾਲ, ਆਪਣੇ ਰੁਤਬੇ ਦੇ ਨਾਲ, ਆਪਣੇ ਰੋਬ ਦੇ ਨਾਲ। ਕ੍ਰੋਧ ਖੰਡ ਪ੍ਰਚੰਡ, ਆਪਣੇ ਪ੍ਰਚੰਡ ਤੇਜ ਪ੍ਰਤਾਪ ਦੇ ਨਾਲ ਕ੍ਰੋਧ ਖੰਡ ਕੇ, ਕ੍ਰੋਧ ਨੂੰ ਟੁਕੜੇ ਕਰਕੇ। ਲੋਭ ਅਪਮਾਨ ਸਿਉ ਝਾੜਿਓ। ਲੋਭ ਅਪਮਾਨ ਸਿਉ, ਅਪਮਾਨ ਦੇ ਨਾਲ। ਲੋਭ ਇੱਕ ਵਚਨ ਪੁਲਿੰਗ ਪੱਬੇ ਨੂੰ ਔਂਕੜ ਆ ਗਈ। ਅਪਮਾਨ ਸਿਉ, ਸਿਉ ਨੇ ਅਪਮਾਨ ਦੇ ਨਨੇ ਦੀ ਔਂਕੜ ਖਤਮ ਕਰ ਦਿੱਤੀ। ਅਪਮਾਨ ਵੀ ਇੱਕ ਵਚਨ ਪੁਲਿੰਗ ਹੈ, ਸਿਉ ਪ੍ਰੈਪੋਜੀਸ਼ਨ ਨੇ, ਸੰਬੰਧਕ ਨੇ ਅਪਮਾਨ ਦੇ ਨਨੇ ਦੀ ਔਂਕੜ ਖਤਮ ਕਰ ਦਿੱਤੀ। ਅਪਮਾਨ ਦੇ ਨਾਲ ਲੋਭ ਝਾੜ ਦਿੱਤਾ। ਝਾੜਿਓ ਮੈਨੇ ਦੁਰਕਾਰ ਦਿੱਤਾ। ਜਿਵੇਂ ਮੰਨ ਲਓ ਕੋਈ ਕਿਸੇ ਬੱਚੇ ਨੂੰ ਝਾੜ ਦੇਵੇ, ਤੂੰ ਇਸ ਤਰ੍ਹਾਂ ਨਾ ਕਰ, ਝਿੜਕ ਦੇਵੇ, ਝਿੜਕ ਤੋਂ ਝਾੜੋ ਬਣੇ। ਅਪਮਾਨ ਸਿਓ ਝਾੜਿਓ, ਇੱਥੇ ਰਾੜੇ ਦੇ ਪੈਰ ਵਿੱਚ ਅੱਧਾ ਯਈ ਹੈ, ਜਿਵੇਂ ਪਛਾੜਿਓ ਦੇ ਰਾੜੇ ਦੇ ਪੈਰ ਵਿੱਚ ਅੱਧਾ ਯਈਆ ਸੀ। ਪਛਾੜਿਓ ਇਦਾਂ ਹੀ ਝਾੜਿਓ। ਲੋਭ ਅਪਮਾਨ ਸਿਓ ਝਾੜਿਓ, ਅਪਮਾਨ ਕਰਕੇ ਨਿਰਾਦਰੀ ਦੇ ਨਾਲ ਲੋਭ ਝਾੜ ਦਿੱਤਾ, ਲੋਭ ਨੂੰ ਝਿੜਕ ਦੇ ਦਿੱਤੀ, ਦੁਰਕਾਰ ਦਿੱਤਾ। ਭਾਵ ਉਹ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਨੇ ਮੋਹ ਨੂੰ ਮਲ ਕੇ ਵਸ ਚ ਕਰ ਲਿਆ, ਭਾਵ ਮੋਹ ਨੂੰ ਖਤਮ ਕਰ ਲਿਆ। ਉਹਨਾਂ ਦੇ ਜੀਵਨ ਤੋਂ ਸਾਨੂੰ ਪਤਾ ਹੀ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਛੋਟੀ ਉਮਰ ਸੀ ਜਦੋਂ ਘਰ-ਬਾਰ ਜ਼ਮੀਨ ਛੱਡ ਕੇ ਤੁਰ ਪਏ ਸਨ, ਦੁਕਾਨਦਾਰੀ ਛੱਡ ਕੇ ਤੁਰ ਪਏ ਸਨ। ਮੋਹ ਨਹੀਂ, ਛੱਡ ਕੇ ਤੁਰ ਪਏ ਔਰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਆ ਗਏ ਸਨ। ਲੋਭ ਨਹੀਂ ਹੈ, ਕ੍ਰੋਧ ਨਹੀਂ ਹੈ, ਕਾਮ ਨਹੀਂ ਹੈ। ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ। ਜਨਮ ਕਾਲ ਕਰ ਜੋੜ। ਹੁਣ ਉਸ ਗੁਰੂ ਦੇ ਸਾਹਮਣੇ ਜਿਹੜੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕ੍ਰੋਧ ਨੂੰ ਖੰਡ ਦਿੱਤਾ, ਕਾਮ ਨੂੰ ਖੰਡ ਦਿੱਤਾ, ਲੋਭ ਨੂੰ ਛੱਡ ਦਿੱਤਾ, ਮੋਹ ਦਾ ਤਿਆਗ ਕਰ ਦਿੱਤਾ, ਉਹ ਸਤਿਗੁਰੂ ਪਾਤਸ਼ਾਹ ਦੇ ਅੱਗੇ ਹੁਣ ਜਨਮ ਕਾਲ ਕਰ ਜੋੜ। ਜਨਮ ਮੈਨੇ ਜਨਮ, ਕਾਲ ਮੈਨੇ ਮੌਤ। ਜਨਮ ਤੇ ਮੌਤ,
ਜਨਮ ਤੇ ਮਰਨ ਮਾਨੋ ਹੱਥ ਜੋੜ ਕੇ ਖੜੇ ਨੇ। ਕਰ ਜੋੜ, ਕਰ ਮੈਨੇ ਹੱਥ, ਇੱਥੇ ਦੋ ਹੱਥਾਂ ਦੀ ਗੱਲ ਹੈ, ਬਹੁਵਚਨ, ਇਸ ਕਰਕੇ ਰਾਰਾ ਮੁਕਤਾ ਆ ਗਿਆ। ਜੋੜ ਦੇ ਡਾਲੇ ਨੂੰ ਆ ਗਈ ਸਿਆਰੀ, ਜੋੜ ਕੇ, ਹੱਥ ਜੋੜ ਕੇ, ਪੂਰਵ ਪੂਰਨ ਕਰ ਦੰਤਕ ਜੋੜ ਆ ਗਿਆ ਇੱਥੇ। ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ। ਹੁਣ ਜੋ ਹੁਕਮ ਹੁੰਦਾ ਹੈ ਨਾ, ਜਨਮ ਤੇ ਮਰਨ ਦੋਨੋਂ ਹੱਥ ਜੋੜ ਕੇ ਖੜੇ ਨੇ, ਉਹ ਮੰਨ ਲੈਂਦੇ ਨੇ, ਸਤ ਬਚਨ ਕਰਕੇ ਮੰਨਦੇ ਨੇ। ਇੱਥੇ ਜਨਮ ਤੇ ਮੌਤ ਦਾ ਭਾਵ, ਹੁਣ ਜਨਮ ਤੇ ਮੌਤ ਤੋਂ ਗੁਰੂ ਰਾਮਦਾਸ ਪਾਤਸ਼ਾਹ ਉੱਚੇ ਉੱਠ ਗਏ ਨੇ, ਜਨਮ ਮਰਨ ਦੇ ਚੱਕਰ ਚੋਂ ਉੱਪਰ ਉੱਠ ਗਏ ਨੇ। ਹੁਣ ਜੰਮਦੇ ਮਰਦੇ ਨਹੀਂ ਹਨ। ਤੇ ਜੰਮਣ ਮਰਨ ਦਾ ਮਤਲਬ ਰੱਬ ਯਾਦ ਆ ਕੇ ਤੇ ਜੰਮ ਪਏ, ਰੱਬ ਭੁੱਲ ਗਿਆ ਤੇ ਮਰ ਗਏ। ਔਰ ਦੁਨੀਆ ਨੂੰ ਦਿਨ ਚ ਪਤਾ ਨਹੀਂ ਕਿੰਨੀ ਕੁ ਵਾਰ ਮੌਤ ਆਂਦੀ ਹੈ, ਰੋਜ਼ ਹੀ ਜੰਮਦੇ ਨੇ, ਰੋਜ਼ ਹੀ ਮਰੀ ਜਾਂਦੇ ਨੇ। ਸੱਚ ਬੋਲਦੇ ਨੇ, ਜੰਮ ਪੈਂਦੇ ਨੇ, ਝੂਠ ਬੋਲਦੇ ਨੇ, ਮਰ ਜਾਂਦੇ ਨੇ। ਸਿਫਤ ਕਰਦੇ ਨੇ, ਜੰਮ ਪੈਂਦੇ ਨੇ, ਨਿੰਦਿਆ ਕਰਦੇ ਨੇ, ਮਰ ਜਾਂਦੇ ਨੇ। ਬਸ ਜਨਮ ਮਰਨ ਚ ਲੋਕ ਫਸੇ ਹੋਏ ਨੇ। ਹੁਣ ਆ ਜਨਮ ਮਰਨ ਖਤਮ ਕਰ ਦਿੱਤਾ, ਭਾਵ ਉਹ ਜਨਮ ਮਰਨ ਹੱਥ ਜੋੜ ਕੇ ਖੜੇ ਨੇ, ਅਧੀਨ ਹੋ ਗਏ। ਜਿਸੇ ਭੁਲਾਏ ਆਪ, ਮਰ ਮਰ ਜੰਮੈ ਨਿਤ। ਨਿਤ ਮੈਨੇ ਰੋਜ਼ ਹੀ ਜੰਮਦੇ ਮਰਦੇ ਨੇ। ਪਰ ਇੱਥੇ ਹੁਣ ਜਨਮ ਮਰਨ ਗੁਰੂ ਦੇ ਅਧੀਨ ਹੋ ਗਏ, ਭਾਵ ਸਤਿਗੁਰੂ ਹੁਣ ਜਨਮ ਮਰਨ ਦੇ ਇਸ ਆਵਾਗਮਨ ਚੋਂ ਚੱਕਰ ਚੋਂ ਹਟ ਗਏ, ਅਮਰ ਹੋ ਗਏ। ਹੁਣ ਨਾ ਜਨਮ ਦਾ ਡਰ, ਨਾ ਮੌਤ ਦਾ ਡਰ। ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ। ਜੋ ਹੁਕਮ ਹੁੰਦਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਹੁਕਮ ਦੇ ਮੰਮੇ ਨੂੰ ਔਂਕੜ ਆ ਗਈ, ਇੱਕ ਵਚਨ ਪਲਿੰਗ, ਜੋ ਹੁਕਮ ਹੁੰਦਾ ਹੈ ਸੋ ਮੰਨੈ। ਇਹ ਜਿਹੜੇ ਜਨਮ ਤੇ ਮਰਨ ਨੇ, ਹੱਥ ਜੋੜ ਕੇ ਮੰਨ ਲੈਂਦੇ ਹਨ। ਭਵ ਸਾਗਰ ਬੰਦਿਓ, ਭਵਜਲ ਸਾਗਰ ਜਿਹੜਾ ਸੰਸਾਰ ਸਮੁੰਦਰ, ਉਹਨੂੰ ਬੰਨ ਲਿਆ। ਹੁਣ ਸੰਸਾਰ ਸਮੁੰਦਰ ਦੀ ਦੌੜ ਖਤਮ ਹੋ ਗਈ। ਲੋਕ ਭਵ ਸਾਗਰ ਦੇ ਵਿੱਚ ਗੋਤੇ ਖਾਂਦੇ ਨੇ, ਉਲਝ ਜਾਂਦੇ ਨੇ, ਲਹਿਰਾਂ ਦੇ ਥਪੇੜੇ ਖਾਂਦੇ ਨੇ, ਘੁੰਮਣ ਘੇਰੀ ਚ ਫਸ ਜਾਂਦੇ ਨੇ। ਸੰਸਾਰ ਸਮੁੰਦਰ ਕੀ ਹੈ? ਦੁਨੀਆ। ਦੁਨੀਆ ਵਿੱਚ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਦੁਨੀਆ ਵਿੱਚ ਹੈ ਨਿੰਦਿਆ, ਚੁਗਲੀ। ਦੁਨੀਆ ਦੇ ਵਿੱਚ ਭਾਵ ਮਾਇਕ ਪਦਾਰਥਾਂ ਦੀ ਇਸ ਭੰਵਰ ਦੇ ਵਿੱਚ ਘੁੰਮਣ ਘੇਰ ਚ ਲੋਕ ਫਸ ਜਾਂਦੇ ਨੇ। ਆ ਵੀ ਮਿਲ ਜਾਏ, ਉਹ ਵੀ ਮਿਲ ਜਾਏ, ਆ ਵੀ ਪ੍ਰਾਪਤ ਹੋ ਜਾਏ, ਉਹ ਵੀ ਪ੍ਰਾਪਤ ਹੋ ਜਾਏ। ਇਹਨੂੰ ਕਹਿੰਦੇ ਨੇ ਭਵ ਸਾਗਰ ਚ ਫਸ ਜਾਣਾ। ਔਰ ਜਿਉਂ ਜਨਮ ਤੋਂ ਲੈ ਕੇ ਮਰਨ ਤੱਕ ਸਾਰੀ ਜ਼ਿੰਦਗੀ ਦੀ ਦੌੜ ਬਣੀ ਰਹਿੰਦੀ ਹੈ। ਇਸ ਦੌੜ ਦੇ ਵਿੱਚ ਭਟਕਦੇ ਫਿਰਦੇ ਨੇ ਉਹ ਲੋਕ। ਭਵ ਸਾਗਰ ਦੇ ਵਿੱਚ ਗੋਤੇ ਖਾਂਦੇ ਨੇ, ਭਟਕਦੇ ਨੇ, ਜਨਮ ਤੋਂ ਲੈ ਕੇ ਮੌਤ ਤੱਕ ਦੌੜਦੇ ਨੇ। ਖਲੀਲ ਜਿਬਰਾਨ ਨੇ ਇੱਕ ਕਹਾਣੀ ਲਿਖੀ ਸੀ। ਉਹ ਆਖਦੇ ਸਵੇਰੇ ਸਵੇਰੇ ਲੋਮੜੀ ਬਾਹਰ ਨਿਕਲੀ ਤੇ ਪੂਰਬ ਵੱਲੋਂ ਸੂਰਜ ਨਿਕਲਿਆ ਸੀ ਤੇ ਲੋਮੜੀ ਨੇ ਦੂਰ ਤੱਕ ਆਪਣੀ ਲੰਮੀ ਇੱਕ ਛਾਇਆ ਦੇਖੀ, ਪਰਛਾਵਾਂ ਦੇਖਿਆ। ਲੋਮੜੀ ਦਾ ਪਰਛਾਵਾਂ ਦੂਰ ਤੱਕ ਗਿਆ ਹੋਇਆ ਹੈ। ਲੋਮੜੀ ਨੇ ਪਰਛਾਵਾਂ ਦੇਖਿਆ, ਉਹਨੇ ਸੋਚਿਆ ਮੈਂ ਇੰਨੀ ਵੱਡੀ ਆ, ਭੁੱਖ ਬੜੀ ਲੱਗੀ ਹੈ, ਹੁਣ ਘੱਟੋ ਘੱਟ ਊਂਠ ਚਾਹੀਦਾ ਖਾਣ ਵਾਸਤੇ, ਇਹ ਤੋਂ ਘੱਟ ਗੱਲ ਨਹੀਂ ਬਣੇਗੀ, ਮੈਂ ਤੇ ਬਹੁਤ ਵੱਡੀ ਆ। ਉਹਨੇ ਆਪਣਾ ਪਰਛਾਵਾਂ ਦੇਖਿਆ, ਪਰਛਾਵਾਂ ਇੰਨਾ ਵੱਡਾ ਸੀ ਕਿਉਂਕਿ ਪੂਰਬ ਵੱਲੋਂ ਸੂਰਜ ਨਿਕਲ ਰਿਹਾ ਹੈ ਤੇ ਪਰਛਾਵਾਂ ਦੂਰ ਤੱਕ ਗਿਆ। ਸੋਚਿਆ ਵੀ ਮੈਂ ਇੰਨੀ ਵੱਡੀ ਆ, ਮੇਰਾ ਐਡਾ ਵੱਡਾ ਸਰੀਰ ਹੈ, ਘੱਟੋ ਘੱਟ ਊਂਠ ਚਾਹੀਦਾ ਖਾਣ ਵਾਸਤੇ, ਤਾਂ ਮੇਰੀ ਭੁੱਖ ਮਿਟੇਗੀ। ਊਂਠ ਲੱਭਣਾ ਸ਼ੁਰੂ ਕਰ ਦਿੱਤਾ। ਲੱਭਦਿਆਂ ਲੱਭਦਿਆਂ ਸਵੇਰ ਤੋਂ ਦੁਪਹਿਰ ਹੋ ਗਈ, ਊਂਠ ਲੱਭਿਆ ਨਹੀਂ। ਔਰ ਧਿਆਨ ਗਿਆ ਆਪਣੇ ਪਰਛਾਵੇਂ ਵੱਲ, ਤਬ ਤੱਕ ਸੂਰਜ ਸਿਰ ਦੇ ਉੱਪਰ ਆ ਚੁੱਕਿਆ ਸੀ। ਛੋਟਾ ਜਿਹਾ ਪਰਛਾਵਾਂ ਦੇਖ ਕੇ ਆਖਦੀ ਹੈ, ਮੈਂ ਤੇ ਇੰਨੀ ਛੋਟੀ ਆ, ਮੈਂ ਤੇ ਇੱਕ ਚੂਹੇ ਦੇ ਨਾਲ ਵੀ ਰੱਜ ਜਾਵਾਂਗੀ। ਬਸ ਆਹ ਹੈ ਮਨੁੱਖ ਦੀ ਦੌੜ। ਜੋ ਬਚਪਨ ਤੋਂ ਵੱਡੇ ਵੱਡੇ ਸੁਪਨੇ ਲੈ ਕੇ ਪੈਦਾ ਹੁੰਦਾ, ਮੈਂ ਆ ਵੀ ਕਰ ਜਾਵਾਂਗਾ, ਉਹ ਵੀ ਕਰ ਜਾਵਾਂਗਾ, ਇੰਨੀ ਜ਼ਮੀਨ ਜੋੜ ਜਾਵਾਂਗਾ, ਇੰਨਾ ਬੈਂਕ ਬੈਲੈਂਸ ਬਣਾ ਜਾਵਾਂਗਾ, ਇੰਨੀਆਂ ਇਮਾਰਤਾਂ ਖੜੀਆਂ ਕਰ ਜਾਵਾਂਗਾ, ਇੰਨਾ ਕੁਝ ਕਰ ਜਾਵਾਂਗਾ। ਔਰ ਦੌੜ ਦੌੜ ਦੇ ਵਿੱਚ ਹੀ ਜਦੋਂ ਮੌਤ ਨੇੜੇ ਆਂਦੀ ਹੈ, ਉਦੋਂ ਬੁੱਢਾ ਹੁੰਦੇ ਹੁੰਦੇ ਦੇਖਦਾ ਮੈਂ ਤੇ ਕੁਝ ਵੀ ਨਹੀਂ ਕਰ ਸਕਿਆ, ਥੋੜਾ ਹੀ ਕਰ ਜਾਵਾਂ ਬਹੁਤ ਹੈ। ਊਂਠ ਨਹੀਂ ਮਿਲਿਆ ਤੇ ਚੂਹਾ ਹੀ ਮਿਲ ਜਾਏ, ਚੂਹਾ ਨਹੀਂ ਮਿਲੇ ਤੇ ਕੀੜੀ ਮਿਲ ਜਾਏ, ਕੁਝ ਤੇ ਮਿਲ ਜਾਏ। ਉਹ ਆਦਮੀ ਜਿਹੜਾ ਸਵੇਰੇ ਊਂਠ ਨਾਲ ਵੀ ਕੰਮ ਨਹੀਂ ਸੀ ਸਰਦਾ, ਸ਼ਾਮ ਹੁੰਦੇ ਹੁੰਦੇ ਇੱਕ ਕੀੜੀ ਨੂੰ ਵੀ ਲੈਣ ਨੂੰ ਤਿਆਰ ਹੈ। ਇਹ ਹੈ ਦੌੜ। ਸੰਸਾਰ ਸਾਗਰ ਦੇ ਵਿੱਚ ਮਨੁੱਖ ਸੋਚਦਾ ਮੈਂ ਆਹ ਕਰ ਲਵਾਂਗਾ, ਉਹ ਕਰ ਲਵਾਂਗਾ, ਪਰ ਘੁੰਮਣ ਘੇਰੀਆਂ ਖਾਂਦਿਆਂ ਜ਼ਿੰਦਗੀ ਗੁਜ਼ਰ ਜਾਂਦੀ ਹੈ। ਗੁਰੂ ਰਾਮਦਾਸ ਪਾਤਸ਼ਾਹ ਨੇ ਕੀ ਕੀਤਾ? ਇਸ ਭਵ ਸਾਗਰ ਨੂੰ ਬੰਨ ਲਿਆ। ਭਵ ਦੁਨੀਆ ਅਧੀਨ ਹੋ ਗਈ। ਹੁਣ ਆ ਵਿਕਾਰਾਂ ਦੀਆਂ ਘੁੰਮਣ ਘੇਰੀਆਂ, ਵਿਕਾਰਾਂ ਦੀਆਂ ਛੱਲਾਂ ਲਹਿਰਾਂ, ਇਹ ਅਧੀਨ ਹੋ ਗਈਆਂ। ਭਵ ਸਾਗਰ ਬੰਦਿਓ। ਹੁਣ ਲਾਲਚ, ਕ੍ਰੋਧ, ਹੰਕਾਰ, ਇਹਨਾਂ ਵਿਕਾਰਾਂ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੇ ਨੇ ਅਧੀਨ ਨਹੀਂ, ਬਲਕਿ ਇਹਨਾਂ ਨੂੰ ਆਪਣੇ ਅਧੀਨ ਕਰ ਲਿਆ, ਸੰਸਾਰ ਸਮੁੰਦਰ ਨੂੰ ਬੰਨ ਦਿੱਤਾ।
ਤੇ ਕੇਵਲ ਆਪ ਹੀ ਨਹੀਂ ਤਰੇ ਸੰਸਾਰ ਸਮੁੰਦਰ ਨੂੰ ਬੰਨ ਕੇ ਆਪਣੇ ਸਿੱਖਾਂ ਨੂੰ ਵੀ ਤਾਰ ਦਿੱਤਾ। ਭਵ ਸਾਗਰ ਬੰਧਿਓ ਸਿੱਖ ਤਾਰੇ ਸੁਪ੍ਰਸੰਨੈ। ਸੁਪ੍ਰਸੰਨੈ ਮੈਨੇ ਜਿਹੜੇ ਸਦਾ ਹੀ ਪ੍ਰਸੰਨ ਰਹਿਣ ਵਾਲੇ ਸਤਿਗੁਰੂ, ਭਾਵ ਹੈ ਸਤਿਗੁਰੂ ਪ੍ਰਸੰਨ ਰਹਿਣ ਵਾਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਸਿੱਖ ਤਾਰੇ। ਸਿੱਖ ਦੇ ਖੱਖੇ ਨੂੰ ਔਂਕੜ ਨਹੀਂ ਆਈ, ਭਾਵ ਬਹੁਤੇ ਸਿੱਖ ਤਾਰੇ ਮੈਨੇ ਤਾਰ ਦਿੱਤੇ। हे ਸਦਾ ਪ੍ਰਸੰਨ ਰਹਿਣ ਵਾਲੇ ਸਤਿਗੁਰੂ ਪਾਤਸ਼ਾਹ, ਤੁਸੀਂ ਇਸ ਸੰਸਾਰ ਸਾਗਰ ਤੋਂ ਸਿੱਖਾਂ ਨੂੰ ਤਾਰ ਲਿਆ ਹੈ। ਸਿਰ ਆਤਪ, ਇੱਥੇ ਆਤਪ ਭਾਵ ਆਤਪ ਦਾ ਅਰਥ ਹੁੰਦਾ ਹੈ ਧੁੱਪ, ਤੇ ਅੱਗੇ ਤ ਬਣਿਆ ਤਰ ਤੋਂ ਮੈਨੇ ਛਤਰ। ਸਿਰ ਆਤਪਤ ਸੱਚੋ ਤਖਤ ਜੋਗ ਭੋਗ ਸੰਯੁਕਤ ਬਲ। ਸਿਰ ਆਤਪਤ, ਆਤਪ ਆਤਪ ਮੈਨੇ ਧੁੱਪ, ਤੇ ਅੱਗੇ ਲੱਗ ਗਿਆ ਤ ਆਤਪਤ ਭਾਵ ਸਿਰ ਉੱਪਰ ਛਤਰ ਸੱਚੋ ਤਖਤ। ਸਿਰ ਦੇ ਰਾਰੇ ਨੂੰ ਆ ਗਈ ਸਿਆਰੀ, ਸਿਰ ਉੱਤੇ ਛਤਰ ਇੱਕ ਵਚਨ ਪੁਲਿੰਗ ਹੋਣ ਕਰਕੇ ਤੱਤੇ ਨੂੰ ਔਂਕੜ ਲੱਗ ਗਈ। ਇਹ ਦੋ ਸ਼ਬਦਾਂ ਨੂੰ ਮਿਲ ਕੇ ਬਣਿਆ ਆਤਪ ਮੈਨੇ ਧੁੱਪ, ਤੇ ਅਖੀਰਲਾ ਤ ਮੈਨੇ ਤਰ ਛਤਰ, ਧੁੱਪ ਤੋਂ ਰੋਕਣ ਵਾਲਾ ਛਤਰ। ਭਾਵ ਮਾਇਆ ਦੀ ਤਪਸ਼ ਤੁਹਾਨੂੰ ਖੋ ਨਹੀਂ ਸਕਦੀ, ਤੁਹਾਡੇ ਸਿਰ ਤੇ ਆਤਪਤ ਹੈ, ਤੁਹਾਡੀ ਸੀਸ ਦੇ ਉੱਪਰ ਛਤਰ ਹੈ। ਸੱਚੋ ਤਖਤ, ਤੁਹਾਡਾ ਤਖਤ ਜਿਹਦੇ ਤੇ ਤੁਸੀਂ ਬਿਰਾਜਮਾਨ ਹੁੰਦੇ ਹੋ ਉਹ ਸਦੀਵ ਹੈ, ਤੁਹਾਡਾ ਤਖਤ ਕਦੀ ਨਾਸ਼ ਨਹੀਂ ਹੋਣ ਵਾਲਾ। ਤਖਤ ਦੇ ਤੱਤੇ ਨੂੰ ਆ ਗਈ ਔਂਕੜ, ਇੱਕ ਵਚਨ ਪੁਲਿੰਗ ਸ਼ਬਦ। ਇੱਕ ਤਖਤ ਜਿਹੜਾ ਸੱਚਾ ਸਦੀਵ ਹੈ। ਇਸ ਧਰਤੀ ਤੇ ਕਈ ਰਾਜੇ ਮਹਾਰਾਜੇ ਆਏ, ਤਖਤਾਂ ਤੇ ਬੈਠ ਕੇ ਦੁਨੀਆ ਤੋਂ ਕੂਚ ਕਰ ਗਏ। ਕੌਣ ਜਾਣਦਾ ਉਹਨਾਂ ਨੂੰ? ਕੋਈ ਵੀ ਨਹੀਂ ਜਾਣਦਾ। ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ। ਸ਼ਦਾਦ ਫਰੂਨ ਨਮਰੂਦ ਜਿਹੇ ਦਾਵਾ ਬਨ ਖੁਦਾਏ ਕਹਾਏ ਗਏ। ਅਕਬਰ ਸ਼ਾਹ ਜਿਹੇ ਦਿੱਲੀ ਦੇ ਵਿੱਚ ਜੀ ਵਾਂਗ ਵਣਜਾਰਿਆਂ ਫੇਰੀ ਪਾਏ ਗਏ ਕਿ ਅਸੀਂ ਇਸ ਦੁਨੀਆ ਦੇ ਮਾਲਿਕ ਹਾਂ, ਤੇ ਵਣਜਾਰਿਆਂ ਦੀ ਤਰ੍ਹਾਂ ਹੋਕਾ ਦੇ ਕੇ ਤੁਰ ਗਏ। ਮਾਨੋ ਜਿਵੇਂ ਗਲੀ ਵਿੱਚ ਕੋਈ ਸਬਜ਼ੀ ਵੇਚਣ ਵਾਲਾ ਆ ਜਾਏ, ਹੋਕਾ ਦੇ ਦੇ ਕੇ ਤੁਰ ਜਾਏ। ਕੋਈ ਲੋਕਾਂ ਕੋਲ ਇੰਨਾ ਵੀ ਸਮਾਂ ਨਹੀਂ ਹੁੰਦਾ ਕਿ ਦਰਵਾਜ਼ਾ ਖੋਲ ਕੇ ਦੇਖ ਲੈਣ ਵੀ ਬਾਹਰ ਕੌਣ ਰੌਲਾ ਪਾ ਰਿਹਾ। ਤੇ ਜਦੋਂ ਵਣਜਾਰੇ ਫੇਰੀ ਵਾਲੇ ਹੋਕਾ ਦੇ ਕੇ ਤੁਰ ਜਾਂਦੇ ਨੇ, ਮੁੜ ਕੇ ਉਹਨਾਂ ਨੂੰ ਕੋਈ ਯਾਦ ਵੀ ਨਹੀਂ ਕਰਦਾ। ਅਕਬਰ ਸ਼ਾਹ ਜਿਹੇ ਦਿੱਲੀ ਦੇ ਵਿੱਚ ਜੀ ਵਾਂਗ ਵਣਜਾਰਿਆਂ ਫੇਰੀ ਪਾਏ ਗਏ। ਸ਼ਾਹ ਮੁਹੰਮਦ ਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਜਿਹੜਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਲਿਖਿਆ ਸ਼ਾਹ ਮੁਹੰਮਦ ਨੇ, ਉਹਨੇ ਇੱਥੋਂ ਸ਼ੁਰੂਆਤ ਕੀਤੀ ਸੀ। ਭਾਵ ਇੱਥੇ ਤੇ ਕਈ ਰਾਜੇ ਆਏ ਚਲੇ ਗਏ, ਪਰ ਹੇ ਗੁਰੂ ਰਾਮਦਾਸ ਪਾਤਸ਼ਾਹ, ਤੁਹਾਡਾ ਤਖਤ ਸੱਚਾ ਹੈ, ਤੁਹਾਡਾ ਤਖਤ ਕਦੀ ਨਾਸ਼ ਨਹੀਂ ਹੋ ਸਕਦਾ। ਜਿੰਨਾ ਚਿਰ ਸੂਰਜ ਚੰਦਰਮਾ ਤਾਰੇ ਧਰਤੀ ਆਸਮਾਨ ਰਹਿਣਗੇ, ਗੁਰੂ ਰਾਮਦਾਸ ਪਾਤਸ਼ਾਹ ਦਾ ਤਖਤ ਜੁਗੋ ਜੁਗ ਅਟਲ ਰਹੇਗਾ। ਸੱਚੋ ਤਖਤ ਜੋਗ ਭੋਗ ਸੰਯੁਕਤ ਬਲ। ਜੋਗ ਵਾਲੇ, ਭੋਗ ਵਾਲੇ, ਸੰਯੁਕਤ ਮੈਨੇ ਮੰਨਣ ਵਾਲੇ, ਜੋਗ ਨੂੰ ਤੇ ਭੋਗ ਨੂੰ ਮੰਨਣ ਵਾਲੇ। ਇੱਥੇ ਜੋਗ ਤੇ ਭੋਗ ਦੇ ਗੱਗੇ ਨੂੰ ਪੜਤਾ ਨਹੀਂ ਆਈ, ਕਿਉਂਕਿ ਇੱਥੇ ਜੋਗ ਦਾ ਭਾਵ ਹੈ ਧਰਮ, ਭੋਗ ਦਾ ਭਾਵ ਹੈ ਰਾਜ। ਰਾਜ ਤੇ ਜੋਗ, ਮੀਰੀ ਤੇ ਪੀਰੀ, ਸੰਤ ਤੇ ਸਿਪਾਹੀ, ਇਹ ਦੋਨੋਂ ਚੀਜ਼ਾਂ ਨੂੰ ਸੰਬੰਧਕ ਹੋਣ ਕਰਕੇ ਇਹਨਾਂ ਦੀ ਔਂਕੜ ਕੱਟੀ ਗਈ। ਜੋਗ ਨੂੰ ਤੇ ਭੋਗ ਨੂੰ, ਪੀਰੀ ਨੂੰ ਤੇ ਮੀਰੀ ਨੂੰ ਮੰਨਣ ਵਾਲੇ ਸੰਯੁਕਤ, ਸੰਯੁਕਤ ਮੈਨੇ ਮਾਨਣ ਵਾਲੇ, ਸੰਯੁਕਤ ਜਿਹੜੇ ਜੁੜੇ ਹੋਏ, ਭਾਵ ਰਾਜ ਤੇ ਜੋਗ ਨਾਲ ਜੁੜੇ ਹੋਏ ਸਤਿਗੁਰੂ ਪਾਤਸ਼ਾਹ। ਬਲ ਲੱਲੇ ਨੂੰ ਆ ਗਈ ਸਿਆਰੀ, ਬਲ ਵਾਲੇ ਉਹ ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਰਾਜ ਜੋਗ ਦੋਨੋਂ ਮੰਨਦੇ ਹੋ, ਤੇ ਤੁਸੀਂ ਬਲੀ ਵੀ ਹੋ, ਮਾਂ ਬਲੀ ਹੋ। ਗੁਰੂ ਰਾਮਦਾਸ ਸੱਚ ਸੱਲੇ ਪਣ, ਗੁਰੂ ਰਾਮਦਾਸ ਇਸ ਸੰਬੋਧਨ ਆ ਗਿਆ ਰਾਮਦਾਸ, ਇਸ ਕਰਕੇ ਸੱਸੇ ਦੀ ਔਂਕੜ ਹਟ ਗਈ। ਉਹਦਾ ਵਿਸ਼ੇਸ਼ਣ ਗੁਰ ਵੀ ਕਿਉਂਕਿ ਸੰਬੋਧਨ ਚ ਆ ਗਿਆ, ਗੁਰ ਦੇ ਰਾਰੇ ਦੀ ਵੀ ਔਂਕੜ ਹਟ ਗਈ। ਹੇ ਗੁਰੂ ਰਾਮਦਾਸ ਸਾਹਿਬ ਜੀਓ, ਗੁਰੂ ਰਾਮਦਾਸ ਸੱਚ ਸੱਲੇ ਪਣ। ਸੱਲੇ ਭਾਵ ਪਟ ਸਲ ਦਾ ਨਾਮ ਹੈ। ਔਂਕੜ ਤਾਂ ਨਹੀਂ ਆਈ ਕਿਉਂਕਿ ਸੰਬੋਧਨ ਹੈ ਹੇ ਸੱਲਿਆ, ਭਾਵ ਹੇ ਸੱਲ। ਭਣ, ਭਣ ਦੇ ਨਾਲੇ ਨੂੰ ਆ ਗਈ ਔਂਕੜ, ਭਾਵ ਆਖ, ਬੋਲ। ਕੀ ਬੋਲ? ਸੱਚ, ਚੱਚੇ ਨੂੰ ਲੱਗ ਗਈ ਔਂਕੜ, ਇੱਕ ਵਚਨ ਪੁਲਿੰਗ। ਹੇ ਸੱਲ ਸੱਚ ਬੋਲ, ਹੇ ਪਟ ਸਲ ਸੱਚ ਆਖ। ਕਿ ਹੇ ਗੁਰੂ ਰਾਮਦਾਸ ਪਾਤਸ਼ਾਹ ਜੀਓ, ਤੂੰ ਅਟਲ ਰਾਜ ਅਪੱਗ ਦਲ। ਹੇ ਗੁਰੂ ਰਾਮਦਾਸ ਪਾਤਸ਼ਾਹ, ਤੂੰ ਅਟਲ ਰਾਜ ਵਾਲਾ ਹੈ। ਰਾਜ ਦੇ ਜੱਜੇ ਨੂੰ ਆ ਗਈ ਸਿਆਰੀ, ਰਾਜ ਵਾਲਾ। ਅਟਲ ਦੇ ਲੇਲੇ ਨੂੰ ਆ ਗਈ ਔਂਕੜ, ਵਿਸ਼ੇਸ਼ਣ ਭਾਵ ਅਟਲ, ਜਿਹੜਾ ਕਦੀ ਵੀ ਟਲੇ ਨਾ, ਜਿਹੜਾ ਕਦੀ ਵੀ ਨਾਸ਼ ਨਾ ਹੋਏ।
ਇੱਥੇ ਤੂੰ ਪਾਠ ਹੋਏਗਾ। ਤੂੰ ਅਟਲ ਰਾਜ ਅਭੰਗ ਦਲ, ਅਭੰਗ ਦੇ ਗੱਗੇ ਨੂੰ ਆ ਗਈ ਔਂਕੜ, ਜਿਹੜਾ ਭਗਿਆ ਨਾ ਜਾ ਸਕੇ, ਭਾਵ ਹਰਾਇਆ ਨਾ ਜਾ ਸਕੇ, ਤੋੜਿਆ ਨਾ ਜਾ ਸਕੇ। ਦਲ ਦੇ ਲੱਲੇ ਨੂੰ ਆ ਗਈ ਸਿਆਰੀ, ਦਲ ਵਾਲਾ, ਭਾਵ ਹੇ ਸਲ ਤੂੰ ਸੱਚ ਆਖ। ਕੀ ਆਖ? ਕਿ ਹੇ ਗੁਰੂ ਰਾਮਦਾਸ ਪਾਤਸ਼ਾਹ, ਤੂੰ ਅਟਲ ਰਾਜ ਵਾਲਾ ਹੈ, ਤੇਰੀ ਫੌਜ ਕਦੀ ਨਾਸ਼ ਹੋਣ ਵਾਲੀ ਨਹੀਂ ਹੈ, ਤੂੰ ਨਾ ਨਾਸ਼ ਹੋਣ ਵਾਲੀ ਫੌਜ ਵਾਲਾ ਹੈ। ਇਸ ਕਰਕੇ ਗੁਰੂ ਰਾਮਦਾਸ ਸੱਚ ਸੱਲੇ ਭਣ, ਤੂੰ ਅਟਲ ਰਾਜ ਅਭੰਗ ਦਲ। ਭੱਟਸਲ ਜੀ ਦਾ ਦੂਜਾ ਤੇ ਆਖਰੀ ਸਵਈਆ, ਤੂੰ ਸਤਿਗੁਰ ਚੌਂ ਜੁਗੀ ਆਪ ਆਪੇ ਪਰਮੇਸ਼ਰ। ਤੂੰ ਸਤਿਗੁਰ, ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਸੱਚੇ ਗੁਰੂ ਹੋ। ਰਾਰੇ ਨੂੰ ਆ ਗਈ ਔਂਕੜ, ਇੱਥੇ ਹੇ ਸਤਿਗੁਰੂ ਸੰਬੋਧ ਨਹੀਂ ਹੈ, ਤੂੰ ਸੰਬੋਧਨ ਹੈ ਇੱਥੇ। ਤੂੰ ਭਾਵ ਹੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਸਤਿਗੁਰ, ਸੱਚੇ ਗੁਰੂ ਹੋ, ਸਦੀਵੀ ਗੁਰੂ ਹੋ। ਚੌਂ ਜੁਗੀ, ਚੌਂ ਜੁਗੀ ਮੈਨੇ ਹਮੇਸ਼ਾ ਹੀ, ਇਹ ਮੁਹਾਵਰਾ ਆ ਗਿਆ। ਚੌਂ ਜੁਗੀ ਭਾਵ ਹਮੇਸ਼ਾ, ਹਰੇਕ ਸਮੇਂ ਦੇ ਵਿੱਚ, ਹਰ ਵਕਤ, ਸਦਾ ਹੀ ਥਿਰ। ਔਰ ਇਹੋ ਜਿਹੇ ਮੁਹਾਵਰੇ ਅਸੀਂ ਆਮ ਬੋਲਚਾਲ ਵਿੱਚ ਵੀ ਵਰਤ ਲੈਂਦੇ ਆ ਕਿ ਸਾਡੀ ਦੁਕਾਨ 7 ਦਿਨ ਖੁੱਲੀ ਹੈ। 7 ਦਿਨ ਮੈਨੇ ਹਮੇਸ਼ਾ, ਸਾਡਾ ਇਹ ਕੰਮ 24 ਘੰਟੇ ਚੱਲਦਾ ਹੈ, ਭਾਵ ਹਮੇਸ਼ਾ। हे सतगुरु तू चौं जुगी सच्चा गुरु है। हे गुरु रामदास पातशाह चौं जुगी सच्चा गुरु, चारे ही युग सच्चा गुरु, भाव हमेशा ही तू सच्चा गुरु है, तू सदैव गुरु है, तू सतगुर चौं जुगी आप आपे परमेश्वर। चौं जुगी मैंने चौवां जुगां दे विच, इत्थे जुगी नासकी उच्चारण होएगा ਗੱਗੇ ਦੀ ਬਿਆਰੀ ਦੇ ਨਾਲ, ਜਿਹੜੀ ਬਿੰਦੀ ਦੇ ਨਾਲ। ਚੌਂ ਜੁਗੀ, ਚੌਵਾਂ ਜੁਗਾਂ ਦੇ ਵਿੱਚ ਤੂੰ ਸੱਚਾ ਗੁਰੂ ਹੈ, आप आपे परमेश्वर, ते आप ही आप तू परमेश्वर है, परम ऐश्वर्य वाला है। ते इत्थे परमेश्वर दे रारे नूं औंकड़ भाव एक वचन पुलिंगे शब्द है, सुर नर साधिक सिद्ध सिख सेवंत तुरै तुर। सुर मैंने देवते, जदों भी सुर देवतियां वास्ते आएगा रारे दी सियारी नाल आएगी आएगी, ये अपनी मौलिक सियारी नाल लेके आंदे शब्द। सुर नर, रारा मुक्ता है भाव बहुते नर मनुख, साधिक ਜਿਹੜੇ ਸਾਧਨਾ ਕਰਨ ਵਾਲੇ ਬਹੁਤੇ ਜੋਗੀ, ਜਿਹੜੇ ਜੀ ਸਾਧਨਾ ਕਰਨੀ ਸਿੱਖ ਰਹੇ ਨੇ। ਸਿੱਧ, ਇਹ ਵੀ ਬਹੁਵਚਨ ਸ਼ਬਦ ਹੈ, ਭਾਵ ਜਿਹੜੇ ਪੁੱਗ ਚੁੱਕੇ ਨੇ, ਜਿਹੜੇ ਆਖਦੇ ਨੇ ਅਸੀਂ ਸਾਧਨਾ ਕਰਕੇ ਹੁਣ ਪੁੱਗ ਚੁੱਕੇ ਹਾਂ, ਅਸੀਂ ਹੁਣ ਸਿੱਧ ਬਣ ਗਏ ਹਾਂ। ਸਿੱਖ, ਇਹ ਵੀ ਬਹੁਵਚਨ ਸ਼ਬਦ ਹੈ, ਭਾਵ ਬਹੁਤੇ ਸਿੱਖ। ਸੁਰ ਨਰ ਸਾਧਿਕ ਸਿੱਧ ਸਿੱਖ, ਭਾਵ ਜਿੰਨੇ ਵੀ ਦੇਵਤੇ ਮਨੁੱਖ ਸਾਧਿਕ ਸਿੱਧ ਸਿੱਖ ਆਦਿਕ ਹਨ। ਸੇਵੰਤ ਤੁਰੋਂ ਤੁਰੈ ਤੁਰ, ਸੇਵੰਤ ਮੈਨੇ ਤੈਨੂੰ ਸੇਵਦੇ ਹਨ, ਤੁਰੈ ਤੁਰ ਮੈਨੇ ਮੁੱਢ ਤੋਂ ਤੈਨੂੰ ਸੇਵਦੇ ਆ ਰਹੇ ਹਨ, ਭਾਵ ਸਾਰੇ ਤੇਰੇ ਦਰ ਤੇ ਆਉਂਦੇ ਹਨ, ਤੈਨੂੰ ਸੇਵਦੇ ਹਨ, ਤੇਰੇ ਅੱਗੇ ਝੁਕੇ ਹੋਏ ਹਨ। ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹ ਲੋ। ਆਦ ਮੈਨੇ ਮੁੱਢ ਤੋਂ, ਜੁਗਾਦ ਜੁਗ ਪਲਸ ਆਦ ਸਮੇਂ ਦੇ ਮੁੱਢ ਤੋਂ, ਸੰਸਾਰ ਦੇ ਮੁੱਢ ਤੋਂ, ਕਾਇਨਾਤ ਦੇ ਮੁੱਢ ਤੋਂ ਵੀ, ਤੇ ਜਦੋਂ ਕਾਇਨਾਤ ਬਣੀ ਉਹਨੂੰ ਕਹਿੰਦੇ ਨੇ ਜੁਗਾਦ। ਜੁਗਾਦ ਦਾ ਭਾਵ ਦੇਖੋ 4 ਤਰ੍ਹਾਂ ਦੇ ਕਾਲ ਸਤਿਗੁਰੂ ਪਾਤਸ਼ਾਹ ਨੇ ਬਾਣੀ ਚ ਵਰਤੇ ਨੇ, ਭੂਤਕਾਲ, ਵਰਤਮਾਨ ਕਾਲ, ਭਵਿੱਖ ਕਾਲ, ਇੱਕ ਚੌਥਾ ਕਾਲ ਹੋਰ ਵੀ ਹੈ। ਚੌਥਾ ਕਾਲ ਕਿਹੜਾ ਹੈ? ਚੌਥਾ ਕਾਲ ਉਹ ਹੈ ਜਦੋਂ ਅਜੇ ਭੂਤਕਾਲ, ਵਰਤਮਾਨ, ਭਵਿੱਖ ਬਣੇ ਹੀ ਨਹੀਂ ਸਨ, ਜਦੋਂ ਸਮਾਂ ਵੀ ਇਜਾਦ ਨਹੀਂ ਸੀ ਹੋਇਆ। ਅਸੀਂ ਕਹਿੰਦੇ ਵੀ ਕੱਲ ਨੂੰ ਮੈਂ ਇੱਥੇ ਆਇਆ ਸੀ, ਪਾਸਟ ਹੋ ਗਿਆ, ਅੱਜ ਮੈਂ ਇੱਥੇ ਹਾਂ, ਵਰਤਮਾਨ ਹੋ ਗਿਆ, ਕੱਲ ਮੈਂ ਇੱਥੇ ਹੋਵਾਂਗਾ, ਭਵਿੱਖ ਕਾਲ ਹੋ ਗਿਆ। ਪਰ ਜਦੋਂ ਤੇ ਕੱਲ ਵੀ ਨਹੀਂ ਸੀ ਬਣਿਆ ਅਜੇ, ਕਿਉਂਕਿ ਦਿਨ ਤੇ ਰਾਤ ਤੇ ਸੂਰਜ ਨਾਲ ਬਣੇ, ਜਦੋਂ ਸੂਰਜ ਚੰਦਰਮਾ ਵੀ ਨਹੀਂ ਸਨ। ਅਰਬਦ ਨਰਬਦ ਧੁੰਦੂ ਕਾਰਾ ਤਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਏਦਾ। ਜਦੋਂ ਦਿਨ ਰਾਤ ਸੂਰਜ ਚੰਦਰਮਾ ਨਹੀਂ ਹਨ, ਅਜੇ ਸਮਾਂ ਵੀ ਇਜਾਦ ਨਹੀਂ ਹੋਇਆ, ਤੂੰ ਤੇ ਉਦੋਂ ਵੀ ਸੀ। ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਏਦਾ। ਇਸ ਕਰਕੇ ਪ੍ਰਭੂ ਨੂੰ ਚੌਥੇ ਕਾਲ ਚ ਵਰਤਿਆ ਗਿਆ। ਉਹ ਆਦ ਸੱਚ ਹੈ, ਮੁੱਢ ਤੋਂ ਹੀ, ਸ਼ੁਰੂ ਤੋਂ ਹੀ ਸੱਚ ਹੈ। ਉਸ ਤੋਂ ਬਾਅਦ ਫਿਰ ਸੂਰਜ ਬਣਿਆ, ਦਿਨ ਰਾਤ ਬਣੇ, ਸਮਾਂ ਬਣਿਆ, ਯੁੱਗ ਬਣ ਗਿਆ। ਜੁਗਾਦ ਸੱਚ, ਯੁੱਗ ਦੇ ਸ਼ੁਰੂ ਵਿੱਚ ਵੀ ਉਹ ਸੱਚ ਸੀ, ਹੈ ਵੀ ਸੱਚ, ਅੱਜ ਵੀ ਸੱਚ ਹੈ, ਨਾਨਕ ਹੋਸੀ ਵੀ ਸੱਚ, ਆਉਣ ਵਾਲੇ ਸਮੇਂ ਵੀ ਸੱਚ ਰਹੇਗਾ।
ਆਦਿ ਮੈਨੇ ਮੁੱਢ ਤੋਂ ਹੀ, ਜੁਗਾਦ ਮੈਨੇ ਜਦੋਂ ਸਮਾਂ ਸ਼ੁਰੂ ਹੋਇਆ ਉਦੋਂ ਤੋਂ, ਆਦਿ ਜੁਗਾਦ ਅਨਾਦ, ਤੁਸੀਂ ਅਨਾਦ ਹੋ, ਅਨਆਦ, ਜਿਹਦਾ ਮੁੱਢ ਕੋਈ ਲੱਭ ਹੀ ਨਹੀਂ ਸਕਦਾ। ਕਲਾਧਾਰੀ ਤ੍ਰਿਹ ਲੋਹੇ, ਹੁਣ ਕਲਾਧਾਰੀ ਮੈਨੇ ਆਪਣੀ ਤਾਕਤ, ਆਪਣੀ ਸੱਤਾ ਧਾਰੀ ਹੋਈ ਹੈ। ਤ੍ਰਿਹ ਮੈਨੇ ਤਿੰਨਾਂ ਲੋਕਾਂ ਦੇ ਵਿੱਚ, ਲੋਹੇ, ਲੋਹੇ ਮੈਨੇ ਲੋਕਾਂ ਵਿੱਚ, ਤਿੰਨਾਂ ਲੋਕਾਂ ਵਿੱਚ, ਲੋ ਮੈਨੇ ਲੋਕ, ਲੋਹੇ ਮੈਨੇ ਲੋਕਾਂ ਵਿੱਚ। ਅਗਮ ਨਿਗਮ ਉਦਾਹਰਣ, ਅਗਮ ਨਿਗਮ ਮੈਨੇ ਵੇਦ ਸ਼ਾਸਤਰ ਆਦਿਕ ਜਿਹੜੇ ਨੇ, ਉਦਾਹਰਣ ਤੁਸੀਂ ਤੇ ਉਹਨਾਂ ਨੂੰ ਵੀ ਤਾਰਨ ਵਾਲੇ ਹੋ। ਜਰਾ ਜੰਮੇ ਆਰੋਹੇ, ਜਰਾ ਮੈਨੇ ਬੁਢਾਪਾ, ਜੰਮੇ ਮੈਨੇ ਜੰਮ ਦੇ ਉੱਤੇ, ਭਾਵ ਬੁਢਾਪੇ ਦੇ ਉੱਤੇ ਤੇ ਜਮਾਂ ਦੇ ਉੱਪਰ। ਆਰੋਹੇ, ਆਰੋਹੇ ਮੈਨੇ ਸਵਾਰ ਹੋ ਤੁਸੀਂ, ਭਾਵ ਬੁਢਾਪੇ ਉੱਪਰ ਵੀ ਕਾਬੂ ਹੈ, ਮੌਤ ਉੱਪਰ ਵੀ ਕਾਬੂ ਹੈ, ਭਾਵ ਇਹ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦੇ, ਇਹ ਤੁਹਾਨੂੰ ਡਰਾ ਨਹੀਂ ਸਕਦੇ। ਗੁਰ ਅਮਰਦਾਸ ਥਿਰ ਥਪਿਓ, ਪਰਗਾਮੀ ਤਾਰਨ ਤਰਨ। ਗੁਰ ਅਮਰਦਾਸ, ਇੱਥੇ ਯਾਦ ਰੱਖਿਓ ਜਰਾ ਦਾ ਭਾਵ ਸਰੀਰਕ ਬੁਢਾਪੇ ਦੀ ਗੱਲ ਨਹੀਂ ਹੈ ਇੱਥੇ। ਜੰਮੇ ਵੀ ਜਿਹੜਾ ਸਰੀਰਕ ਮੌਤ ਦੀ ਗੱਲ ਨਹੀਂ ਹੈ। ਜਿਸ ਸਰੀਰ ਨੇ ਆਣਾ ਉਹਨੇ ਜਾਣਾ ਹੈ। ਇੱਥੇ ਬੁਢਾਪੇ ਦਾ ਭਾਵ ਹੈ ਸ਼ੁਭ ਕਰਮ ਕਰਨ ਤੋਂ ਕਮਜ਼ੋਰ ਹੋ ਜਾਣਾ। ਇਸੇ ਕਰਕੇ ਗੁਰਬਾਣੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਹਿ ਦਿੱਤਾ, ਗੁਰਮੁਖ ਬੁੱਢੇ ਕਦੇ ਨਾਹੀਂ। ਔਰ ਜਿਸ ਗੁਰੂ ਅਮਰਦਾਸ ਪਾਤਸ਼ਾਹ ਨੇ ਤੁਕ ਉਚਾਰੀ, ਉਹ ਆਪ ਸਰੀਰਕ ਤੌਰ ਤੇ 95 ਸਾਲ ਦੀ ਉਮਰ ਵਿੱਚ ਜਗਤ ਤੋਂ ਸਰੀਰ ਕਰਕੇ ਗਏ। 95 ਸਾਲ ਦੀ ਉਮਰ ਦਾ ਸਰੀਰ ਬਿਰਧ ਸੀ, ਪਰ ਉਹਨਾਂ ਕਹਿ ਦਿੱਤਾ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਜੇ ਅੰਦਰ ਸੋਝੀ ਹੈ, ਸੁਰਤ ਹੈ, ਉਹ ਬੁੱਢਾ ਨਹੀਂ। ਸਰੀਰ ਬੁੱਢਾ ਹੋ ਸਕਦਾ ਹੈ ਪਰ ਉਹ ਜਵਾਨ ਹੈ, ਐਕਟਿਵ ਹੈ। ਭਾਵ ਹੈ ਗੁਰੂ ਰਾਮਦਾਸ ਪਾਤਸ਼ਾਹ ਤੁਸੀਂ ਐਕਟਿਵ ਹੋ, ਉਤਸ਼ਾਹਤ ਹੋ, ਜਵਾਨ ਹੋ, ਗੁਣਾਂ ਦੇ ਲਈ ਤੁਸੀਂ ਉਤਸ਼ਾਹਤ ਹੋ। ਵਿਕਾਰਾਂ ਦਾ ਬੁਢਾਪਾ ਤੁਹਾਨੂੰ ਹੋ ਹੀ ਨਹੀਂ ਸਕਦਾ, ਆਤਮਿਕ ਮੌਤ ਹੋ ਹੀ ਨਹੀਂ ਸਕਦੀ। ਜੰਮੇ ਮੈਨੇ ਆਤਮਿਕ ਮੌਤ, ਭਾਵ ਤੁਸੀਂ ਵਿਕਾਰਾਂ ਦੇ ਬੁਢਾਪੇ ਤੇ ਆਤਮਿਕ ਮੌਤ ਦੇ ਉੱਪਰ ਸਵਾਰ ਹੋ, ਇਹਨੂੰ ਆਪਣੇ ਅਧੀਨ ਤੁਸੀਂ ਕੀਤਾ ਹੈ। ਜਰਾ ਜੰਮੇ ਆਰੋਹੇ, ਗੁਰ ਅਮਰਦਾਸ ਫਿਰ ਥਪਿਓ, ਪਰਗਾਮੀ ਤਾਰਨ ਤਰਨ। ਇੱਥੇ ਗੁਰੂ ਅਮਰਦਾਸ ਤੇ ਸੱਸੀ ਨੂੰ ਆ ਗਈ ਸਿਹਾਰੀ, ਭਾਵ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ, ਗੁਰੂ ਅਮਰਦਾਸ ਫਿਰ ਥਪਿਓ। ਫਿਰ ਮੈਨੇ ਅਡੋਲ, ਰਾਰੇ ਨੂੰ ਔਂਕੜ ਆ ਗਈ, ਅਟਲ। ਥਪਿਓ ਮੈਨੇ ਥਾਪ ਦਿੱਤਾ। ਅਸਲ ਚ ਇਹ ਗੁਰੂ ਰਾਮਦਾਸ ਪਾਤਸ਼ਾਹ ਜੀਓ, ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅਟਲ ਕਰ ਦਿੱਤਾ, ਥਿਰ ਕਰ ਦਿੱਤਾ। ਪਰਗਾਮੀ ਤਾਰਨ ਤਰਨ, ਪਰਗਾਮੀ ਮੈਨੇ ਮੁਕਤ। ਇਹ ਪਾਰਗ੍ਰਾਮੀ ਤੋਂ ਸ਼ਬਦ ਬਣੇ ਹੈ। ਪਰ ਮੈਨੇ ਪਰਲੇ ਪਾਰ, ਗਾਮੀ ਮੈਨੇ ਗਮਨ ਕਰਨਾ, ਭਾਵ ਮੁਕਤ ਹੋ ਜਾਣਾ। ਪਰਗਾਮੀ ਤਾਰਨ ਤਰਨ, हे ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਤੁਸੀਂ ਆਪ ਵੀ ਮੁਕਤ ਹੋ, ਪ੍ਰਗਾਮੀ ਹੋ। ਤਾਰਨ ਤਰਨ, ਤਾਰਨ ਵਾਲੇ, ਜਹਾਜ਼ ਹੋ, ਤਰਨ ਹੋ। ਇੱਥੇ ਤਰਨ ਦਾ ਮਤਲਬ ਜਹਾਜ਼। ਨਾਰਾਇਣ ਨਰਪਤ ਨਮਸਕਾਰੇ, ਐਸੇ ਗੁਰ ਕੋ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ, ਆਪ ਵੀ ਗੁਰੂ ਮੁਕਤ ਹੈ, ਮੈਨੂੰ ਵੀ ਤਾਰ ਦੇ। ਇਸੇ ਤਰ੍ਹਾਂ ਪ੍ਰਗਾਮੀ ਮੈਨੇ ਗੁਰੂ ਆਪ ਵੀ ਮੁਕਤ ਹੈ, ਤਾਰਨ ਤਰਨ ਤੇ ਦੂਜਿਆਂ ਨੂੰ ਤਾਰਨ ਵਾਲਾ ਜਹਾਜ਼ ਵੀ ਹੈ। ਗੁਰ ਅਮਰਦਾਸ ਸਥਿਰ ਥਪਿਓ, ਪ੍ਰਗਾਮੀ ਤਾਰਨ ਤਰਨ। ਅਗ ਅੰਤਕ ਬਦੈ ਨਾ, ਸੱਲੇ ਕਵ ਗੁਰੂ ਰਾਮਦਾਸ ਤੇਰੀ ਸ਼ਰਨ। ਅਗ, ਇੱਥੇ ਅੱਗੇ ਨੂੰ ਔਂਕੜ ਨਹੀਂ ਆਈ, ਬਹੁਵਚਨ ਇਹਦਾ ਅਰਥ ਬਣੇਗਾ ਬਹੁਤੇ ਅਗ। ਤੇ ਅਗ ਦਾ ਮਤਲਬ ਹੁੰਦਾ ਪਾਪ, ਬਹੁਤੇ ਪਾਪ। ਅੰਤਕ, ਅੰਤਕ ਮੈਨੇ ਅੰਤ ਕਰਨ ਵਾਲਾ, ਜੰਮ, ਆਤਮਿਕ ਮੌਤ ਦੇਣ ਵਾਲੀ ਜਿਹੜੀ ਬਿਰਤੀ ਹੈ। ਆਤਮਿਕ ਮੌਤ ਭਾਵ ਜੰਮ ਜਿਹੜਾ ਹੈ, ਆਤਮਿਕ ਮੌਤ ਦੇਣ ਵਾਲੇ ਵਿਕਾਰ। ਬਦੈ ਨਾ, ਬਦੈ ਮੈਨੇ ਪ੍ਰਵਾਹ ਕਰਨੀ, ਬਦੈ ਨਾ ਮੈਨੇ ਪ੍ਰਵਾਹ ਨਹੀਂ ਕਰਦਾ, ਡਰਦਾ ਨਹੀਂ ਹੈ। ਭਾਵ ਉਹ ਮਨੁੱਖ ਪਾਪਾਂ ਤੋਂ ਨਹੀਂ ਡਰਦਾ, ਉਹ ਮਨੁੱਖ ਆਤਮਿਕ ਮੌਤ ਤੋਂ ਨਹੀਂ ਡਰਦਾ। ਸਰੀਰਕ ਮੌਤ ਤੇ ਹੋਣੀ ਹੋਣੀ ਹੈ, ਪਰ ਆਤਮਿਕ ਮੌਤ ਤੋਂ ਨਹੀਂ ਡਰਦਾ। ਅਗ ਅੰਤਕ ਬਦੈ ਨਾ, ਸੱਲੇ ਕਾਉ। ਸੱਲੇ ਇੱਥੇ ਭੱਟ ਦਾ ਨਾਮ ਹੈ ਤੇ ਕਵੀ ਜਿਹੜਾ ਉਹਦਾ ਵਿਸ਼ੇਸ਼ਣ ਹੈ। ਭਾਵ ਭੱਟ ਸੱਲ ਕਵੀ ਜਿਹੜਾ ਉਹ ਇਹ ਗੱਲ ਆਖਦਾ ਹੈ, ਗੁਰੂ ਰਾਮਦਾਸ ਤੇਰੀ ਸ਼ਰਨ। ਇੱਥੇ ਗੁਰੂ ਰਾਮਦਾਸ ਆ ਗਿਆ ਸੰਬੋਧਨ, ਤਾਂ ਕਰਕੇ ਰਾਮਦਾਸ ਤੇ ਸੱਸੇ ਨੂੰ ਔਂਕੜ ਨਹੀਂ ਆਈ। ਭਾਵ ਹੇ ਰਾਮਦਾਸ, ਉਹਨਾਂ ਦਾ ਵਿਸ਼ੇਸ਼ਣ ਗੁਰ, ਉਹ ਵੀ ਔਂਕੜ ਤੋਂ ਰਹਿਤ ਆ ਗਿਆ। ਹੇ ਗੁਰੂ ਰਾਮਦਾਸ ਤੇਰੀ ਸ਼ਰਨ, ਜਿਹੜਾ ਮਨੁੱਖ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ ਉਹ ਫਿਰ
ਪਾਪਾਂ ਤੋਂ ਡਰਦਾ ਨਹੀਂ, ਆਤਮਿਕ ਮੌਤ ਤੋਂ ਡਰਦਾ ਨਹੀਂ, ਪ੍ਰਵਾਹ ਨਹੀਂ ਕਰਦਾ। ਪਾਪਾਂ ਤੇ ਆਤਮਿਕ ਮੌਤ ਤੋਂ ਉਹ ਉੱਚਾ ਉੱਠ ਗਿਆ। ਅਗ ਅੰਤਕ ਬਦੈ ਨਾ ਸੱਲੇ ਕਵ, ਗੁਰੂ ਰਾਮਦਾਸ ਤੇਰੀ ਸ਼ਰਨ। ਸੱਲ ਕਵੀ ਆਖਦਾ ਹੈ, ਇਹ ਗੁਰੂ ਰਾਮਦਾਸ ਪਾਤਸ਼ਾਹ ਜੀਓ, ਜੋ ਮਨੁੱਖ ਤੇਰੀ ਸ਼ਰਨ ਵਿੱਚ ਆਇਆ, ਉਹਨੂੰ ਪਾਪਾਂ ਤੇ ਜਮਾਂ ਦਾ ਕੋਈ ਡਰ ਨਹੀਂ। ਉਹ ਪਾਪਾਂ ਤੇ ਜਮਾਂ ਦੀ ਫਿਰ ਕਦੀ ਵੀ ਪ੍ਰਵਾਹ ਨਹੀਂ ਕਰਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿਫਤ ਦੇ 60 ਸਵਈਏ ਨੇ ਕੁੱਲ। 7 ਭੱਟਾਂ ਨੇ ਸਵਈਏ ਉਚਾਰੇ ਨੇ। ਭੱਟ ਕਲ ਸਹਾਰ ਜੀ ਨੇ 13 ਸਵਈਏ ਉਚਾਰੇ। ਭੱਟ ਨਲ ਜੀ ਨੇ 16 ਸਵਈਏ ਉਚਾਰੇ। ਭੱਟ ਗਿਆੰਦ ਜੀ ਨੇ 13 ਸਵਈਏ ਉਚਾਰਨ ਕੀਤੇ। ਭੱਟ ਮਥੁਰਾ ਜੀ ਨੇ 7 ਸਵਈਏ ਉਚਾਰਨ ਕੀਤੇ। ਭੱਟ ਬਲ ਜੀ ਨੇ 5 ਸਵਈਆਂ ਚ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਗਾਈ। ਭੱਟ ਕੀਰਤ ਜੀ ਨੇ 4 ਸਵਈਆਂ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿਫਤ ਗਾਈ। ਤੇ ਭੱਟ ਸਲ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਵਿੱਚ 2 ਸਵਈਏ ਗਏ। ਤੇ ਕੁੱਲ ਜੋੜ ਇਹਨਾਂ ਸਵਈਆਂ ਦਾ ਹੈ 60। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿਫਤ ਦੇ 60 ਸਵਈਆਂ ਦੀ ਅੱਜ ਵਿਚਾਰ ਸੰਪੂਰਨ ਹੈ। ਅਗਲੇ ਹਫਤੇ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਿਫਤ ਦੀ ਵਿਚਾਰ ਭੱਟਾਂ ਦੇ ਸਵਈਆਂ ਦੀ ਆਰੰਭ ਹੋ ਜਾਏਗੀ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਖਿਮਾ ਕਰ ਲੈਣੀਆਂ ਜੀ। ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।